ਸਤਿ ਸ੍ਰੀ ਅਕਾਲ। ਤੁਸੀਂ ਲੋਕ ਰਾਣੀ ਚੈਨਲ ਪੰਜਾਬੀ ਦੇਖ ਰਹੇ ਹੋ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ। ਅੱਜ ਭਾਰਤ ਬੰਦ ਹੈ। ਕਿਸਾਨਾਂ ਦੇ ਵੱਲੋਂ ਦਿੱਤੇ ਸੱਦੇ ਦੇ ਤਹਿਤ ਸਾਰੇ ਪਾਸੇ ਜਿਹੜੀਆਂ ਤਸਵੀਰਾਂ ਉਹ ਸਾਹਮਣੇ ਆ ਰਹੀਆਂ ਕਿ ਕਿਸ ਢੰਗ ਦੇ ਨਾਲ ਇਸ ਬੰਦ ਨੂੰ ਸਮਰਥਨ ਦਿੱਤਾ ਜਾ ਰਿਹਾ। ਪਰ ਇਸ ਦੌਰਾਨ ਕਿਸਾਨ ਆਗੂਆਂ ਵੱਲੋਂ ਲਗਾਤਾਰ ਸੁਨੇਹਾ ਦਿੱਤਾ ਗਿਆ ਕਿ ਉਹ ਆਮ ਲੋਕਾਂ ਨੂੰ ਕਿਸੇ ਕਿਸਮ ਦੀ ਇਸ ਬੰਦ ਦੇ ਦੌਰਾਨ ਦਿੱਕਤ ਨਾ ਆਵੇ ਤੇ ਲੋਕ ਵੀ ਇਸ ਅੰਦੋਲਨ ਦੇ ਭਾਰਤ ਬੰਦ ਦੇ ਸੱਦੇ ਦੇ ਦੌਰਾਨ ਕਿਸਾਨਾਂ ਦਾ ਸਹਿਯੋਗ ਕਰਨ। ਲੋਕ ਕਰ ਵੀ ਰਹੇ ਨੇ, ਉਸ ਉੱਤੇ ਵੀ ਅਸੀਂ ਗੱਲਬਾਤ ਕਰਾਂਗੇ ਕਿ ਇਸ ਤੋਂ ਬੀਜੇਪੀ ਕੇਂਦਰ ਸਰਕਾਰ ਕਿਸ ਤਰ੍ਹਾਂ ਕੰਬੀ ਹੋਈ ਹੈ, ਕਿਸ ਢੰਗ ਦੇ ਨਾਲ ਭਾਰਤ ਬੰਦ ਦਾ ਅਸਰ ਜਿਹੜਾ ਉਹ ਸਰਕਾਰ ਨੂੰ ਅੰਦਰੋਂ ਅੰਦਰੀ ਜਿਹੜਾ ਉਹ ਹਲੂਣ ਰਿਹਾ ਹੈ ਕਿ ਕਿਤੇ ਨਾ ਕਿਤੇ ਕਿਸਾਨ ਅੰਦੋਲਨ ਜਿਹੜਾ ਉਹ ਹੋਰ ਅੱਗੇ ਵੱਧਦਾ ਜਾ ਰਿਹਾ ਤੇ ਸਰਕਾਰ ਦੀ ਜਿਹੜੀ ਮੁਸੀਬਤ ਉਹ ਵੀ ਘੱਟ ਹੁੰਦੀ ਨਜ਼ਰ ਨਹੀਂ ਆ ਰਹੀ। ਇਸ ਉੱਤੇ ਗੱਲਬਾਤ ਕਰਾਂਗੇ। ਦੂਜਾ ਇਹ ਕਿ ਸੁਪਰੀਮ ਕੋਰਟ ਨੇ ਪੰਜਾਬ ਤੇ ਹਰਿਆਣੇ ਨੂੰ ਕਿਹਾ ਹੈ ਕਿ ਤੁਸੀਂ ਦਿੱਲੀ ਨੂੰ ਪਾਣੀ ਦਿਓ। ਇਹ ਖਬਰ ਕੀ ਹੈ ਉਹ ਵੀ ਤੁਹਾਨੂੰ ਦੱਸਾਂਗੇ। ਤੇ ਇੱਕ ਖਬਰ ਇਹ ਵੀ ਹੈ ਕਿ ਕੇਰਲ ਦੇ ਵਿੱਚ ਇੱਕ ਅੰਦੋਲਨ ਹੋਇਆ ਸੀ ਕਿ ਜਦੋਂ ਔਰਤਾਂ ਦੀ ਛਾਤੀ ਦੇ ਉੱਤੇ ਟੈਕਸ ਲਗਾ ਦਿੱਤਾ ਜਾਂਦਾ ਸੀ ਕਿ ਉਹ ਬੱਚਿਆਂ ਨੂੰ ਦੁੱਧ ਨਹੀਂ ਪਿਲਾ ਸਕਦੀਆਂ, ਪਹਿਲਾਂ ਟੈਕਸ ਦੇਣ। ਤੇ ਉਹ ਜਿਹੜਾ ਅੰਦੋਲਨ ਛਿੜਿਆ ਸੀਗਾ ਉਸ ਨੂੰ ਹੁਣ ਜਿਹੜਾ ਕਿਤਾਬਾਂ ਦੇ ਵਿੱਚੋਂ ਬਾਹਰ ਕਰ ਦਿੱਤਾ ਗਿਆ। ਉਹਦੇ ਬਾਰੇ ਪੜ੍ਹਾਇਆ ਜਾਂਦਾ ਹੁੰਦਾ ਸੀ ਕਿ ਕਿਸ ਢੰਗ ਦੇ ਨਾਲ ਲੋਕਾਂ ਨੇ, ਉੱਥੋਂ ਦੀ ਇੱਕ ਔਰਤ ਨੇ ਜਿਹੜਾ ਆਪਣੀ ਛਾਤੀ ਵੱਢ ਕੇ ਦਿੱਤੀ ਕਿ ਮੈਂ ਟੈਕਸ ਨਹੀਂ ਦੇ ਸਕਦੀ। ਉਸਦੇ ਪਰਿਵਾਰ ਨੂੰ ਜੋ ਕੁਝ ਹੋਇਆ ਉਸ ਦੇ ਬਾਰੇ ਵੀ ਅਸੀਂ ਗੱਲਬਾਤ ਕਰਾਂਗੇ ਕਿ ਉਹ ਖਬਰ ਕੀ ਹੈ, ਕਿ ਆਖਿਰਕਾਰ ਉਸ ਨੂੰ ਸਿਲੇਬਸ ਚੋਂ ਕਿਉਂ ਹਟਾਇਆ ਗਿਆ, ਕੀ ਇਹਦੇ ਪਿੱਛੇ ਜਿਹੜੀ ਭਗਵਾਂ ਏਜੰਡਾ ਦੀ ਰਾਜਨੀਤੀ ਹੈ ਕੋਈ, ਉਸ ਉੱਤੇ ਵੀ ਅਸੀਂ ਗੱਲਬਾਤ ਕਰਾਂਗੇ। ਇਸ ਦੇ ਨਾਲ ਹੋਰ ਵੀ ਖਬਰਾਂ ਨੇ, ਜਿਵੇਂ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਕੁਝ ਮੁਸਲਿਮ ਜਿਹੜੇ ਨੇ ਉਹ ਨਮਾਜ਼ ਅਦਾ ਕਰ ਰਹੇ ਨੇ ਤੇ ਕੁਝ ਲੋਕਾਂ ਵੱਲੋਂ ਉਹਨਾਂ ਨੂੰ ਰੋਕ ਦਿੱਤਾ ਜਾਂਦਾ। ਕਿਹਾ ਜਾ ਰਿਹਾ ਕਿ ਉਹ ਸ਼ਾਇਦ ਸ਼ਿਵ ਸੈਨਾ ਦੇ ਆਗੂ ਨੇ, ਪਰ ਉਹ ਰੋਕਣ ਦਾ ਕਾਰਨ ਕੀ ਹੈ ਉਸ ਨੂੰ ਲੈ ਕੇ ਵਿਵਾਦ ਖੜਾ ਹੋਇਆ ਹੈ। ਇੱਕ ਹੋਰ ਖਬਰ ਇਹ ਵੀ ਹੈ ਕਿ ਨਿਹੰਗ ਸਿੰਘਾਂ ਦਾ ਜਿਹੜਾ ਐਨਕਾਊਂਟਰ ਕੀਤਾ ਗਿਆ ਸੀ ਪਿਛਲੇ ਦਿਨੀ ਪੰਜਾਬ ਪੁਲਿਸ ਵੱਲੋਂ, 2 ਨਿਹੰਗਾਂ ਦਾ ਇੱਕ ਕਤਲ ਮਾਮਲੇ 'ਚ ਕਹਿੰਦੇ ਲੋੜੀਂਦੇ ਸੀ, ਉਹਨੂੰ ਲੈ ਕੇ ਜਿਹੜੀਆਂ ਨਿਹੰਗ ਜਥੇਬੰਦੀਆਂ ਨੇ ਉਹ ਸਾਹਮਣੇ ਆਈਆਂ ਨੇ। ਉਹਨਾਂ ਦਾ ਕਹਿਣਾ ਹੈ ਕਿ ਇਸ ਢੰਗ ਦੇ ਨਾਲ ਕੱਲ੍ਹ ਨੂੰ ਕਿਸੇ ਹੋਰ ਦਾ ਵੀ ਐਨਕਾਊਂਟਰ ਕਰ ਦਿੱਤਾ ਜਾਏਗਾ, ਪੰਜਾਬ ਪੁਲਿਸ 'ਤੇ ਲਗਾਮ ਕੱਸਣੀ ਚਾਹੀਦੀ ਹੈ। ਇਸ ਉੱਤੇ ਵੀ ਗੱਲਬਾਤ ਕਰਾਂਗੇ। ਇੱਕ ਹੋਰ ਖਬਰ ਕਿ ਕਿਸਾਨ ਜਥੇਬੰਦੀਆਂ ਦੇ ਵਿੱਚ ਰੁਲਦੂ ਸਿੰਘ ਕਿਸਾਨ ਆਗੂ, ਉਹਨਾਂ ਦਾ ਇਹ ਕਹਿਣਾ ਹੈ ਕਿ ਲੱਖਾ ਸਿਧਾਣਾ ਨੂੰ ਆਪਣੀ ਸਟੇਜ ਜ਼ਰੂਰ ਦੇਣਗੇ ਪਰ ਦੀਪ ਸਿੱਧੂ ਉਸ ਸਟੇਜ ਦੇ ਉੱਤੇ, ਕਿਸਾਨੀ ਸਟੇਜ ਦੇ ਉੱਤੇ ਕਿਸੇ ਵੀ ਹਾਲ ਦੇ ਵਿੱਚ ਕਬੂਲ ਨਹੀਂ ਕੀਤੇ ਜਾਣਗੇ। ਇਸ ਸਭ ਦੇ ਉੱਤੇ ਅਸੀਂ ਗੱਲਬਾਤ ਕਰਾਂਗੇ। ਮੇਰੇ ਨਾਲ ਸੀਨੀਅਰ ਪੱਤਰਕਾਰ ਪਰਮਿੰਦਰ ਸਿੰਘ ਰਾਏਪੁਰ ਮੌਜੂਦ ਨੇ। ਪਰਮਿੰਦਰ ਜੀ, ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਧੰਨਵਾਦ ਸੁਖਵਿੰਦਰ ਸਿੰਘ ਜੀ ਤੁਹਾਡਾ। ਪਰਮਿੰਦਰ ਜੀ, ਸਭ ਤੋਂ ਪਹਿਲਾਂ ਭਾਰਤ ਬੰਦ ਨੂੰ ਕਿੱਦਾਂ ਦੇਖਦੇ ਹੋ? ਜਿਸ ਤਰੀਕੇ ਦੇ ਨਾਲ ਸਾਰੇ ਪਾਸੇ ਬੰਦ ਦੀ ਕਾਲ ਦਿੱਤੀ ਹੋਈ ਹੈ ਤੇ ਬੀਜੇਪੀ ਜਾਂ ਕੇਂਦਰ ਸਰਕਾਰ ਤੇ ਕਿੱਦਾਂ ਦਾ ਅਸਰ ਪੈ ਸਕਦਾ ਇਹਦੇ ਨਾਲ? ਬੀਜੇਪੀ ਤੇ ਤਾਂ ਜਿਹੜਾ ਹੈਗਾ ਅਸਰ ਪੈਣਾ ਹੀ ਪੈਣਾ, ਬਟ ਜਿਹੜੀ ਹੁਣ ਗੱਲ ਆਪਾਂ ਬੰਦ ਦੀ ਕਰ ਰਹੇ ਹਾਂ, ਬੰਦ ਇੱਕ ਜਿਹੜੀ ਆਪਾਂ ਅੰਦੋਲਨ ਦੇ ਵਿੱਚ ਨਵੀਂ ਰੂਹ ਫੂਕਣ ਦੀ ਗੱਲ ਹੋਈ ਸੀਗੀ, ਉਸ ਦੇ ਤਹਿਤ ਹੀ ਇਹ ਫੈਸਲਾ ਜਿਹੜਾ ਲਿਆ ਗਿਆ। ਦੂਜਾ, ਲੋਕਾਂ ਦਾ ਵੀ ਦੇਖਣਾ ਹੁੰਦਾ ਸੁਖਿੰਦਰ ਵੀ ਅੰਦੋਲਨ ਦੇ ਨਾਲ ਕਿੰਨਾ ਲੋਕ ਜੁੜੇ ਨੇ, ਜਿਹੜੇ ਦਿਲੋਂ ਜੁੜੇ ਨੇ। ਉਹਨਾਂ ਨੂੰ ਕੋਈ ਬੰਦ ਕਰਵਾਉਣ ਨਹੀਂ ਜਾਂਦਾ ਕਿ ਤੁਸੀਂ ਬੰਦ ਕਰ ਦਿਓ ਜਾਂ ਆਵਾਜਾਈ ਨਾ ਚਲਾਓ ਜਾਂ ਦੁਕਾਨ ਨਾ ਖੋਲ੍ਹੋ ਜਾਂ ਕਾਰੋਬਾਰ ਨਾ ਖੋਲ੍ਹੋ। ਔਰ ਕਿਸਾਨ ਜਿਹੜੇ ਆਗੂ ਨੇ, ਕਿਸਾਨ ਆਗੂ ਨੇ, ਉਹਨਾਂ ਵੱਲੋਂ ਵੀ ਬਕਾਇਦਾ ਤੌਰ 'ਤੇ ਇਸ ਬਾਰੇ ਫੈਸਲਾ ਅੱਛਾ ਲਿਆ ਗਿਆ ਕਿ ਕਿਸੇ ਨੂੰ ਧੱਕੇ ਨਾਲ ਕੋਈ ਬੰਦ ਨਹੀਂ ਕਰਾਇਆ ਜਾਊਗਾ। ਲੋਕ ਆਪਣੇ ਦਿਲੋਂ ਜੇ ਚਾਹੁਣਗੇ ਤਾਂ ਹੀ ਅਸਲ ਬੰਦ ਤਾਂ ਹੀ ਆ। ਉਹ ਆਪ ਅੱਜ ਤੁਸੀਂ ਦੇਖਿਆ ਪੰਜਾਬ ਦੇ ਵਿੱਚ ਬਹੁਤ ਵੱਡਾ ਭਰਵਾਂ ਹੁੰਗਾਰਾ ਜਿਹੜਾ ਹੈਗਾ ਇਸ ਬੰਦ ਨੂੰ ਮਿਲ ਰਿਹਾ ਅਤੇ ਲੋਕਾਂ ਵੱਲੋਂ ਜਿੱਦਾਂ ਆਪਾਂ ਜਾ ਕੇ ਹੀ ਆਏ, ਹੁਣ ਸਥਿਤੀ ਦੇਖਣ ਗਏ ਸੀਗੇ ਜਿੱਦਾਂ ਬਾਹਰ, ਤਾਂ ਉੱਥੇ ਲੋਕਾਂ ਵੱਲੋਂ ਆਪ ਹੀ ਬੰਦ ਕੀਤਾ ਹੋਇਆ। ਕੋਈ ਕਿਤੇ ਕਿਸੇ ਨੂੰ ਬੰਦ ਕਰਾਉਣ ਧੱਕੇ ਨਾਲ ਨਹੀਂ ਜਾ ਰਿਹਾ। ਦੁਕਾਨਦਾਰ ਕੀ ਹੋਰ ਛੋਟੇ ਤੋਂ ਛੋਟਾ, ਵੱਡੇ ਤੋਂ ਵੱਡਾ ਕਾਰੋਬਾਰੀ ਆਪਣਾ ਕਾਰੋਬਾਰ ਬੰਦ ਕਰਕੇ ਬੈਠਾ। ਸੋ ਇੱਕ ਤਾਂ ਇਹ ਗੱਲ ਸੀ ਕਿ ਲੋਕ ਜਿਹੜੇ ਹੈਗੇ ਉਹਨਾਂ ਨੂੰ ਘਰ ਘਰ ਇਹ ਸੁਨੇਹਾ ਪਹੁੰਚ ਗਿਆ। ਹੁਣ 4 ਮਹੀਨੇ ਹੋ ਗਏ ਆ ਉੱਥੇ ਬੈਠੇ, ਦਿੱਲੀ ਅੰਦੋਲਨ ਚੱਲ ਰਿਹਾ ਹੈ ਅਤੇ ਉਹ ਜੇ ਹੁਣ ਵੀ ਇਹ ਲੋਕ ਸਾਥ ਨਾ ਦੇਣ ਤਾਂ ਫਿਰ ਅੰਦੋਲਨ ਕਰਨ ਦਾ ਫਾਇਦਾ ਵੀ ਕੋਈ ਨਹੀਂ। ਐਂ ਕਹਿ ਸਕਦੇ ਕਿ ਜਿਹੜੇ ਲੋਕ ਉੱਥੇ ਲੜ ਰਹੇ ਨੇ ਲੜਾਈ, ਉਹ ਤਾਂ ਐਂ ਕਹਿ ਲਓ ਫਿਰ ਵੀ ਸਮਾਜ ਉਹਨਾਂ ਦੀ ਤਕਲੀਫ ਨੂੰ ਜਾਂ ਉਹਨਾਂ ਦੇ ਦੁੱਖ ਨੂੰ ਸਮਝਦਾ ਨਹੀਂ, ਜਾਂ ਸਮਾਜ ਨੂੰ ਇਹ, ਜਨਤਾ ਨੂੰ ਇਹ ਨਹੀਂ ਪਤਾ ਕਿ ਇਹ ਆਉਣ ਵਾਲਾ ਸਮਾਂ ਜਿਹੜਾ ਹੈਗਾ ਉਹਨਾਂ 'ਤੇ ਵੀ ਆਏਗਾ, ਉਹਨਾਂ ਦੇ ਲਈ ਵੀ ਖਤਰਨਾਕ ਹੋਏਗਾ ਜੇ ਲਾਗੂ ਹੋ ਜਾਂਦੇ ਨੇ ਕਾਨੂੰਨ। ਸੋ ਉਸ ਚੀਜ਼ ਨੂੰ ਲੋਕ ਸਮਝ ਚੁੱਕੇ ਹੈ। ਹਾਲਾਂਕਿ ਸਰਕਾਰ ਦਾ ਜਿਹੜਾ ਜ਼ੋਰ ਸੀਗਾ ਪੂਰਾ, ਜਿੱਥੇ ਜਿੱਥੇ ਬੀਜੇਪੀ ਦੀ ਸਰਕਾਰ ਰਹੀ ਹੈ ਜਾਂ ਜਿੱਥੇ ਉਹਨਾਂ ਦਾ ਹੱਥ ਪੈਂਦਾ ਸਰਕਾਰ ਦੇ ਵਿੱਚ, ਉੱਥੇ ਇਹ ਜ਼ੋਰ ਲਾਇਆ ਉਹਨਾਂ ਨੇ
ਕਿ ਕਿਸੇ ਨਾ ਕਿਸੇ ਤਰੀਕੇ ਜਿਹੜੇ ਕਾਰੋਬਾਰੀ ਨੇ ਉਹਨਾਂ ਤੱਕ ਸੁਨੇਹਾ ਪਹੁੰਚਦਾ ਕੀਤਾ ਜਾਵੇ ਕਿ ਉਹ ਬੰਦ ਨਾ ਕਰਨ, ਡਰਾ ਕੇ ਵੀ, ਧਮਕਾ ਕੇ ਵੀ, ਜਾਂ ਹੋਰ ਇਸ ਤਰ੍ਹਾਂ ਦੇ ਸੁਨੇਹੇ ਵੀ ਲੱਗੇ ਆ। ਮਤਲਬ ਡਾਇਰੈਕਟ ਵੇ ਨਾਲ ਕਹਿ ਨਹੀਂ ਸਕਦੇ ਕੋਈ ਸਰਕਾਰ ਵੱਲੋਂ ਡਾਇਰੈਕਟ ਵੇ ਨਾਲ ਸਿੱਧਾ ਸੰਪਰਕ ਸਾਧਿਆ ਗਿਆ, ਲੇਕਿਨ ਗਾਹੇ ਬਗਾਹੇ ਉਹਨਾਂ ਤੱਕ ਸੁਨੇਹਾ ਪਹੁੰਚਦਾ ਕੀਤਾ ਗਿਆ ਕਿ ਇਹ ਕਾਰੋਬਾਰ ਬੰਦ ਨਾ ਕਰੇ ਜਾਣਾ। ਲੇਕਿਨ ਫਿਰ ਵੀ ਲੋਕ ਜਿਹੜੇ ਆਪ ਮੁਹਾਰੇ ਉੱਠੇ ਨੇ, ਆਪ ਮੁਹਾਰੇ ਲੋਕ ਸਾਥ ਦੇ ਰਹੇ ਨੇ, ਔਰ ਇਹੀ ਸਾਥ ਜਿਹੜਾ ਹੈਗਾ ਅੰਦੋਲਨ ਨੂੰ ਸਫਲਤਾ ਬਖਸ਼ੇਗਾ, ਇਹੀ ਅੰਦੋਲਨ। ਉੱਥੋਂ ਦੂਜੇ ਪਾਸੇ ਜਿਹੜਾ ਇਸ ਬੰਦ ਬਾਰੇ ਰੁਲਦੂ ਸਿੰਘ ਦਾ ਬਿਆਨ ਆ, ਉਹਨੇ ਸੁਚੇਤ ਕੀਤਾ ਉਹਨਾਂ ਨੂੰ, ਸਰਕਾਰ ਨੂੰ ਸੁਚੇਤ ਕੀਤਾ, ਸੈਂਟਰ ਦੀ ਨੂੰ, ਬੀਜੇਪੀ ਨੂੰ ਅਤੇ ਪੂਰੇ ਸੈਂਟਰ ਸਰਕਾਰ ਨੂੰ। ਉਹਨੇ ਕਿਹਾ ਕਿ ਇਹ ਇੱਕ ਸੰਕੇਤ ਹੈ, ਇਹ ਜਿੱਦਾਂ ਇਹ ਭਖਦਾ ਜਾ ਰਿਹਾ ਅੰਦੋਲਨ, ਹੁਣ ਇਹ ਸਰਕਾਰ ਇਸ ਪ੍ਰਤੀ ਚਿੰਤਾਤੁਰ ਹੋਵੇ, ਗੰਭੀਰ ਹੋਵੇ, ਨਹੀਂ ਤਾਂ ਸਾਨੂੰ ਨਾ ਮਿਲਵਰਤਨ ਲਹਿਰ ਚਲਾਉਣ ਦਾ ਲਈ ਮਜਬੂਰ ਨਾ ਕਰੇ। ਉਹਦਾ ਸਿੱਧਾ ਬਿਆਨ ਹੈ। ਹੁਣ ਰਸਤੇ ਤਾਂ ਤਿੰਨ ਹੀ ਰਹਿ ਜਾਂਦੇ ਨੇ, ਜਿੱਦਾਂ ਰੁਲਦੂ ਸਿੰਘ ਨੇ ਕੱਲ੍ਹ ਪ੍ਰੈਸ ਕਾਨਫਰੰਸ ਵਿੱਚ ਕਿਹਾ ਵੀ ਇੱਕ ਤਾਂ ਲੰਬਾ ਸਮਾਂ ਸੰਘਰਸ਼ ਕਰ ਲਿਆ ਜਾਵੇ, ਦੂਜਾ ਸਰਕਾਰ ਨਾਲ ਡੰਡੋ ਡੰਡੀ ਹੋ ਲਓ, ਅਤੇ ਤੀਜਾ ਆਹੀ ਹੈ ਵੀ ਨਾ ਮਿਲਵਰਤਨ ਲਹਿਰ ਚਲਾ ਲਓ। ਅਤੇ ਉਹਦੇ ਵਿੱਚ ਫਿਰ ਉਹਨਾਂ ਨੇ ਕਿਹਾ ਵੀ ਬਕਾਇਦਾ ਤੌਰ 'ਤੇ ਸਾਰੀਆਂ ਚੀਜ਼ਾਂ ਇੱਕ ਤਰ੍ਹਾਂ ਨਾਲ ਬੈਨ ਹੋ ਜਾਣਗੀਆਂ, ਸਰਕਾਰ ਦੇ ਨੁਮਾਇੰਦਿਆਂ ਦਾ ਬਾਈਕਾਟ ਹੋਏਗਾ, ਸਾਰਾ ਕੁਛ ਜਿਹੜਾ ਹੈਗਾ ਉਹ ਤੈਅ ਕਰ ਲਿਆ ਜਾਊਗਾ ਕਿਸ ਤਰ੍ਹਾਂ ਲਹਿਰ ਚਲਾਉਣੀ ਹੈ, ਉਹਦੇ ਲਈ ਮਜਬੂਰ ਨਾ ਕਰਿਆ ਜਾਵੇ। ਸੋ ਇਹ ਚੀਜ਼ਾਂ ਜਿਹੜੀਆਂ ਹੈਗੀਆਂ, ਇਹਦਾ ਜਿਹੜਾ ਤੁਸੀਂ ਗੱਲ ਕੀਤੀ ਹੈ ਕਿ ਖਮਿਆਜਾ ਜਾਂ ਨਤੀਜਾ ਕੀ ਆ, ਉਹ ਇਹੀ ਆ ਕਿ ਜਿਹੜਾ ਬਠਿੰਡਾ ਦੇ ਵਿੱਚ ਤੁਸੀਂ ਦੇਖਿਆ ਜਿਆਣੀ ਦਾ ਵਿਰੋਧ, ਸੁਰਜੀਤ ਜਿਆਣੀ ਜਿਹੜੇ ਸਾਬਕਾ ਮੰਤਰੀ ਰਹੇ ਨੇ, ਉੱਥੇ ਆਗੂਆਂ ਨੂੰ ਮਿਲਣ ਗਏ ਸੀ, ਪ੍ਰੈਸ ਕਾਨਫਰੰਸ ਕਰਨ ਗਏ ਸੀ, ਅਤੇ ਜਿਵੇਂ ਕਿਸਾਨਾਂ ਨੂੰ ਪਤਾ ਲੱਗਿਆ ਉਹਨਾਂ ਨੇ ਉਹਨਾਂ ਦਾ ਬਾਈਕਾਟ ਕਰਿਆ, ਉਹਨਾਂ ਦਾ ਘਿਰਾਓ ਕੀਤਾ। ਉਹ ਹਾਲਾਂਕਿ ਉਹਨਾਂ ਨੇ ਆਪਣੀ ਚਲਾਕੀ ਵਰਤੀ, ਉੱਥੇ ਵਰਤ ਕੇ ਉਹਨਾਂ ਨੇ ਮਾਨਸਾ ਰੋਡ 'ਤੇ ਇੱਕ ਹੋਟਲ ਦੇ ਵਿੱਚ ਹੀ ਪ੍ਰੈਸ ਕਾਨਫਰੰਸ ਕਰਨੀ ਚਾਹੀ, ਪਰ ਕਿਸਾਨ ਉਹ ਤੋਂ ਵੀ ਤੇਜ਼ ਨਿਕਲੇ। ਉਹ ਕਹਿੰਦੇ ਵੀ ਸਾਨੂੰ ਪਤਾ ਲੱਗ ਗਿਆ, ਉਹਨਾਂ ਨੂੰ ਪਤਾ ਲੱਗ ਗਿਆ, ਉਹਨਾਂ ਨੇ ਜਾ ਕੇ ਹੋਟਲ ਘੇਰ ਲਿਆ। ਅਤੇ ਫਿਰ ਪ੍ਰਸ਼ਾਸਨ ਦੇ, ਪੁਲਿਸ ਦੇ ਇੱਕ ਵੱਡੇ ਅਧਿਕਾਰੀ ਉੱਥੇ ਪਹੁੰਚੇ, ਉਹਨਾਂ ਨੇ ਇੱਕ ਪਿਛਲੇ ਗੇਟ ਰਾਹੀਂ, ਕਿਸੇ ਹੋਰ ਗੇਟ ਰਾਹੀਂ ਕਹਿ ਲਓ, ਇੱਕ ਭਾਜਪਾ ਆਗੂ ਨੂੰ ਅਤੇ ਸਾਬਕਾ ਮੰਤਰੀ ਨੂੰ ਕੱਢ ਕੇ ਉੱਥੋਂ ਤੋਰਿਆ, ਨਹੀਂ ਤਾਂ ਉਹ ਅੰਦਰ ਹੀ ਬੰਦ ਸੀਗੇ। ਇਹ ਅਸਰ ਹੈਗਾ। ਇਹ ਮਤਲਬ ਇਹ ਉੱਦਾਂ ਹੀ ਨਹੀਂ ਹੈਗਾ, ਇਹ ਜੇ ਇਕੱਲੇ ਬੰਦੇ ਨੂੰ ਜੇ ਇੱਦਾਂ ਘੇਰਨ ਲੱਗੇ ਆ ਤਾਂ ਇਹਦਾ ਅਸਰ ਬਹੁਤ ਵੱਡਾ ਆ। ਇਹੀ ਅਸਰ ਬਹੁਤ ਵੱਡਾ ਹੈ ਕਿ ਭਾਜਪਾ ਆਗੂਆਂ ਨੂੰ ਹੁਣ ਕਿੱਥੇ ਥਾਂ ਮਿਲੂਗੀ, ਇਹ ਕਹਿਣਾ ਬੜਾ ਔਖਾ ਆ। ਹੁਣ ਕੋਈ ਸੌਖੀ ਗੱਲ ਨਹੀਂ ਹੈਗੀ ਭਾਜਪਾ ਆਗੂਆਂ ਦਾ ਲੋਕਾਂ ਦੇ ਵਿੱਚ ਵਿਚਰਨਾ, ਅਤੇ ਇਹੀ ਸਰਕਾਰ ਦੇ ਉੱਤੇ ਦਬਾਅ ਬਣਾਏਗੀ ਚੀਜ਼। ਹੁਣ ਜਿਆਣੀ ਦਾ ਬਿਆਨ ਆ ਰਿਹਾ, ਉਹਦੇ ਇਸ ਮਾਮਲੇ 'ਚ ਕਹਿੰਦੇ ਜੀ ਹੁਣ ਕਿਸਾਨੀ ਦਾ ਜਾਂ ਕਾਨੂੰਨਾਂ ਦਾ ਵਿਰੋਧ ਨਹੀਂ, ਹੁਣ ਮੋਦੀ ਦਾ ਵਿਰੋਧ ਹੋ ਰਿਹਾ। ਮੋਦੀ ਦਾ ਵਿਰੋਧ ਕਿਉਂ ਕੀਤਾ ਜਾ ਰਿਹਾ? ਲੋਕ ਪਾਗਲ ਨੇ? ਜਦੋਂ ਉਹਨੂੰ ਚੁਣਿਆ ਲੋਕਾਂ ਨੇ, ਅਤੇ ਤੁਸੀਂ ਇਸ ਗੱਲ ਦਾ ਜਵਾਬ ਦਿਓ ਨਾ, ਜੇ ਚੁਣਿਆ ਮੋਦੀ ਨੂੰ ਚੁਣਿਆ ਕਿਹਨੇ? ਲੋਕਾਂ ਨੇ ਚੁਣਿਆ, ਅਤੇ ਉਸ ਦਾ ਵਿਰੋਧ ਕਿਉਂ ਕਰਨਗੇ? ਜੋ ਲੋਕਾਂ ਨੂੰ ਮਾਰਨ 'ਤੇ ਤੁਲ ਗਿਆ ਤਾਂ ਹੀ ਵਿਰੋਧ ਕਰਨਗੇ ਨਾ। ਸੋ ਇਹ ਚੀਜ਼ਾਂ ਜਿਹੜੀਆਂ ਹੁਣ ਲੋਕ ਆਪ ਮੁਹਾਰੇ ਉੱਠੇ ਆ, ਅੰਦੋਲਨ 'ਚ ਚੱਲ ਰਹੇ ਆ ਸਾਥ, ਔਰ ਆਉਣ ਵਾਲੇ ਸਮੇਂ 'ਚ ਹਾੜੀ ਸੌਣੀ ਦਾ ਸੀਜ਼ਨ ਨਿਕਲਣ ਤੋਂ, ਜਿਹੜਾ ਫਸਲਾਂ ਦੀ ਵਾਢੀ ਵਾਲਾ ਨਿਕਲਣਾ, ਉਸ ਤੋਂ ਬਾਅਦ ਦੇਖੋ ਸੰਘਰਸ਼ ਕਿੱਥੇ ਜਾਂਦਾ। ਹੁਣ ਜਿਹੜੀ ਗੱਲ ਦੀਪ ਸਿੱਧੂ ਤੇ ਲੱਖਾ ਸਿਧਾਣਾ ਨੂੰ ਲੈ ਕੇ ਚਰਚਾ ਹੋ ਰਹੀ ਹੈ, ਰੁਲਦੂ ਸਿੰਘ ਨੇ ਕਿਹਾ ਕਿ ਉਹਨੂੰ ਅਸੀਂ ਸਟੇਜ ਦੇਣ ਲਈ ਤਿਆਰ ਹਾਂ ਲੱਖਾ ਸਿਧਾਣਾ ਨੂੰ, ਪਰ ਦੀਪ ਸਿੱਧੂ ਨੂੰ ਲੈ ਕੇ ਹਾਲੇ ਵੀ ਪੇਚਾ ਅੜਿਆ ਹੋਇਆ। ਇਹ ਨਾ ਸੁਖਵਿੰਦਰ, ਇਹ ਤਾਂ ਸੰਘਰਸ਼ ਤੋਂ ਹਟ ਕੇ ਚੀਜ਼ ਹੈ। ਇੱਕ ਸਟੇਜ ਕਿਹਨੂੰ ਦੇਣੀ ਹੈ, ਨਹੀਂ ਦੇਣੀ, ਇਹਦਾ ਫੈਸਲਾ ਬਕਾਇਦਾ ਤੌਰ 'ਤੇ ਜਥੇਬੰਦੀਆਂ ਆਪਸ ਵਿੱਚ ਕਰਦੀਆਂ ਨੇ, ਜਿਹੜੀ ਕਮੇਟੀ ਬਣੀ ਹੋਈ ਆ। ਅਤੇ ਉਹਦੇ 'ਤੇ ਜਦੋਂ ਲੱਖਾ ਸਿਧਾਣਾ ਜਾਂ ਕੋਈ ਹੋਰ ਬੋਲਦਾ ਤਾਂ ਸਿਰਫ ਕਿਸਾਨੀ ਦੀ ਗੱਲ ਕਰਨ ਵਾਲਾ ਕੋਈ ਵੀ ਆ ਸਕਦਾ। ਜੇ ਆਪ ਮੁਹਾਰੇ ਚੱਲਣਾ, ਜਿਵੇਂ ਆਪਾਂ 26 ਜਨਵਰੀ ਨੂੰ ਜੋ ਹੋਇਆ, ਦੇਖੋ ਉਹਦਾ ਕਿੱਡਾ ਵੱਡਾ ਲੋਸ ਝੱਲਣਾ ਪਿਆ ਇਹਨੂੰ, ਅੰਦੋਲਨ ਨੂੰ। ਠੀਕ ਹੈ, ਲੋਕਾਂ ਦੇ ਵਿੱਚ ਮਾੜਾ ਪ੍ਰਭਾਵ ਪਿਆ। ਹਾਲਾਂਕਿ ਗੱਲ ਕੁਛ ਵੀ ਨਹੀਂ, ਲੇਕਿਨ ਸਰਕਾਰ ਨੂੰ ਮੌਕਾ ਦੇ ਰਹੇ ਅਸੀਂ ਇੱਕ ਕੋਈ ਚੀਜ਼ ਵੱਖਰੀ ਤੋਰ ਕੇ ਨਾ, ਸੰਘਰਸ਼ ਤੋਂ, ਕਿਸਾਨੀ ਸੰਘਰਸ਼ ਤੋਂ ਹਟ ਕੇ, ਕਾਨੂੰਨਾਂ ਦੀ ਗੱਲ ਤੋਂ ਹਟ ਕੇ, ਜੇ ਕੋਈ ਗੱਲ ਚਾਹੇ ਕਿੰਨੀ ਵੀ ਫਾਇਦੇ ਵਾਲੀ ਹੋਵੇ, ਜਦੋਂ ਕਰਾਂਗੇ ਨਾ, ਸਰਕਾਰ ਨੂੰ ਮੌਕਾ ਮਿਲਦਾ, ਸਰਕਾਰ ਉਸ ਚੀਜ਼ ਦਾ ਫਾਇਦਾ ਉਠਾਏਗੀ। ਉਸ ਚੀਜ਼ ਦਾ ਫਾਇਦਾ ਉਠਾ ਕੇ ਤੁਹਾਨੂੰ ਬਦਨਾਮ ਕਰਿਆ ਜਾਊਗਾ। ਇਸ ਗੱਲ ਨੂੰ ਸਮਝਣ ਦੀ ਲੋੜ ਆ। ਜੇ ਤੁਸੀਂ ਇਕੱਲੀ ਕਿਸਾਨੀ ਦੀ ਗੱਲ ਕਰਨੀ ਹੈ, ਕਾਨੂੰਨਾਂ ਦੀ ਗੱਲ ਕਰਨੀ ਹੈ, ਤਾਂ ਕੋਈ ਵੀ ਆ ਕੇ ਬੋਲ ਸਕਦਾ ਕਿ ਲੱਖਾ ਸਿਧਾਣਾ, ਕਿ ਦੀਪ ਸਿੱਧੂ, ਕਿ ਇਹਨਾਂ ਦਾ ਕੋਈ ਇਕੱਲਿਆਂ ਦਾ ਤਾਂ ਮਸਲਾ ਹੈ ਨਹੀਂ, ਜਾਂ ਇਹਨਾਂ ਇਕੱਲਿਆਂ ਨੇ ਕਾਨੂੰਨ ਰੱਦ ਨਹੀਂ ਕਰਾ ਦੇਣੇ। ਆਮ ਬੰਦਾ ਵੀ ਤਾਂ ਜਾ ਕੇ ਬੋਲ ਰਿਹਾ ਉੱਥੇ,
ਢਾਡੀ ਵੀ ਜਾ ਰਹੇ ਨੇ, ਕਮਿਸ਼ਨਰ ਵੀ ਜਾ ਰਹੇ ਨੇ, ਕਵਿਤਾ ਪੜ੍ਹਨ ਵਾਲਾ ਬੱਚੇ ਵੀ ਬੋਲ ਰਹੇ ਨੇ, ਕੋਈ ਡਾਕਟਰ ਬੋਲ ਰਿਹਾ, ਕੋਈ ਵਕੀਲ ਬੋਲ ਰਿਹਾ, ਕੋਈ ਵੀ ਬੋਲ ਸਕਦਾ ਤਾਂ ਛੁੱਟੀ ਹੈ ਇਹ। ਇਸ ਗੱਲ ਦੀ ਤਾਂ ਇਸ ਗੱਲ ਨੂੰ ਐਡਾ ਵੱਡਾ ਲੈ ਕੇ ਨਹੀਂ ਚੱਲਣਾ ਚਾਹੀਦਾ ਕਿ ਦੀਪ ਸਿੱਧੂ ਬੋਲੇਗਾ ਤਾਂ ਐਂ ਹੋ ਜਾਏਗਾ, ਜੇ ਲੱਖਾ ਸੰਧਵਾਣਾ ਬੋਲੇਗਾ ਤਾਂ ਐਂ ਹੋ ਜਾਏਗਾ। ਫੈਸਲਾ ਕੋਈ ਨਹੀਂ ਹੋ ਸਕਦਾ। ਇਹ ਤਾਂ ਸਿਰਫ ਲੋਕਾਂ ਨੂੰ ਸੰਬੋਧਨ ਕਰਨਾ, ਉੱਥੇ ਇਕੱਠ ਵਿੱਚ ਆਪਣੀ ਸ਼ਮੂਲੀਅਤ ਦਿਖਾਉਣੀ, ਆਪਣੀ ਹਾਜ਼ਰੀ ਲਗਾਉਣੀ ਹੈ, ਉਨੇ ਕੁ ਤੱਕ ਇਹ ਸੀਮਿਤ ਰੱਖਣਾ ਚਾਹੀਦਾ ਇਹਨੂੰ। ਤੇ ਅਗਲੀ ਖਬਰ ਦੀ ਗੱਲ ਕਰਦੇ ਹਾਂ ਕਿ ਪੰਜਾਬ ਦੇ ਵਿੱਚ ਜਿਸ ਤਰੀਕੇ ਦੇ ਨਾਲ ਨਸ਼ਾ ਤਸਕਰੀ ਦਾ ਰੈਕੇਟ ਇੱਕ ਭੰਨਿਆ ਗਿਆ, ਰਾਣੋ ਸਰਪੰਚ ਜਿਹੜਾ ਉਹ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਜਦੋਂ STF ਨੇ ਫੜਿਆ ਤਾਂ ਹੁਣ ਨਵੇਂ ਤੋਂ ਨਵੇਂ ਖੁਲਾਸੇ, ਉਮਰਾ ਨੰਗਲ ਦਾ ਸਸਪੈਂਡ ਹੋਣਾ ਜਾਂ ਬਾਕੀ ਜਿਹੜੇ ਪੁਲਿਸ ਅਧਿਕਾਰੀ ਨੇ ਉਹਨਾਂ ਦਾ ਨਾਮ ਸਾਹਮਣੇ ਆਉਣਾ, ਇਹਨੂੰ ਸਾਰੇ ਨੂੰ ਕਿੱਦਾਂ ਦੇਖਦੇ ਹੋ? ਕਿ ਕੈਪਟਨ ਸਾਹਿਬ ਨੇ ਕਿਹਾ ਸੀ ਕਿ ਅਸੀਂ ਸਿਰਫ ਲੱਕ ਭੰਨਣ ਦੀ ਗੱਲ ਕੀਤੀ ਸੀ, ਕੀ ਇਹ ਲੱਕ ਸਹੀ ਦਿਸ਼ਾ ਦੇ ਵਿੱਚ ਭੰਨਿਆ ਜਾ ਰਿਹਾ? ਨਸ਼ੇ ਦਾ ਖਾਤਮਾ ਨਹੀਂ ਹੋ ਸਕਦਾ ਪੰਜਾਬ ਦੇ ਵਿੱਚ ਜਦੋਂ ਨਾਮ ਕਲੀਅਰ ਨੇ, ਸਾਰਾ ਕੁਝ ਸਾਹਮਣੇ ਆ, ਹੁਣ ਤਾਂ ਸਬੂਤ ਵੀ ਉਹਨੇ ਦੇ ਦਿੱਤੇ ਹੋਣੇ। ਸੁਖਵਿੰਦਰ ਜੀ, ਨਸ਼ਾ ਖਤਮ ਕਰਨ ਲਈ ਇੱਕ ਅੰਦਰੋਂ ਜਜ਼ਬਾ ਚਾਹੀਦਾ ਵੀ ਅਸੀਂ ਪੰਜਾਬ ਨੂੰ, ਪੰਜਾਬ ਦੀ ਨੌਜਵਾਨੀ ਨੂੰ ਬਚਾਉਣਾ ਹੈ। ਬੱਚਿਆਂ ਦਾ ਭਵਿੱਖ ਖਰਾਬ ਤਾਂ ਹੁੰਦਾ ਹੀ ਹੁੰਦਾ ਹੈ। ਕਿੰਨੇ ਹੀ ਨੌਜਵਾਨਾਂ ਦੀਆਂ ਮੌਤਾਂ ਹੋ ਚੁੱਕੀਆਂ ਨੇ, ਨਸ਼ੇ ਦੀ ਗ੍ਰਿਫਤ ਵਿੱਚ ਕੁੜੀਆਂ ਵੀ ਆ ਚੁੱਕੀਆਂ ਨੇ। ਨਸ਼ੇ ਦੀ ਸਪਲਾਈ ਤੋੜਨੀ ਸਰਕਾਰ ਲਈ ਕੋਈ ਔਖੀ ਨਹੀਂ। ਇਹ ਸਿਰਫ ਇੱਕ ਆਪਾਂ ਕਹਿ ਲਓ ਕਿ ਬਹਾਨੇਬਾਜ਼ੀ ਹੋ ਸਕਦੀ ਹੈ, ਸਰਕਾਰ ਦੀ ਨਲਾਇਕੀ ਕਹਿ ਸਕਦੇ ਜਾਂ ਸਰਕਾਰ ਸੁਹਿਰਦ ਨਹੀਂ ਕਹਿ ਸਕਦੇ ਆ। ਕਿਸੇ ਵੀ ਏਰੀਏ ਦੇ ਵਿੱਚ ਉੱਥੋਂ ਦੇ MLA MP ਨੂੰ ਜ਼ਿੰਮੇਵਾਰ ਠਹਿਰਾ ਦਿਓ ਜਿੱਥੋਂ ਸਪਲਾਈ ਹੁੰਦੀ ਆ, ਜਿੱਥੋਂ ਦਾ ਸਪਲਾਇਰ ਫੜਿਆ ਜਾਂਦਾ ਹੈ, ਚੇਨ ਤਾਂ ਆਪਣੇ ਆਪ ਟੁੱਟ ਜਾਣੀ ਆ। ਇਹ ਕਰਦੇ ਕੀ ਨੇ ਇਹ ਸਮਝ ਨਹੀਂ ਆਉਂਦੀ। ਮਤਲਬ ਗਲੀਆਂ ਨਾਲੀਆਂ ਬਣਾਉਣ ਵਾਸਤੇ ਅਸੀਂ MLA ਚੁਣ ਦਿੰਦੇ ਹਾਂ, MP ਚੁਣ ਦਿੰਦੇ ਹਾਂ ਨਾ ਤਾਂ ਕੋਈ ਸਕੂਲ ਅਪਗ੍ਰੇਡ ਹੋਇਆ, ਨਾ ਕੋਈ ਹੌਸਪੀਟਲ ਅਪਗ੍ਰੇਡ ਹੋਇਆ, ਨਾ ਹੀ ਨਸ਼ਾ ਹਟਿਆ, ਨਾ ਭ੍ਰਿਸ਼ਟਾਚਾਰ ਬੰਦ ਹੋਇਆ। ਇਹ ਸਾਰੀਆਂ ਜਿਹੜੀਆਂ ਭ੍ਰਿਸ਼ਟਾਚਾਰ ਜਾਂ ਨਸ਼ੇ ਵਰਗੀਆਂ ਬਿਮਾਰੀਆਂ ਨੇ, ਇਹਨਾਂ ਨੂੰ ਖਤਮ ਕਰਨ ਦੇ ਲਈ ਜੇ ਅਸੀਂ ਨੁਮਾਇੰਦਾ ਚੁਣਦੇ ਹਾਂ ਤਾਂ ਹੁਣ ਨੁਮਾਇੰਦੇ ਆਉਣਗੇ, ਉਹਨਾਂ ਨੂੰ ਪੁੱਛਿਆ ਜਾਵੇ। ਨਾ ਤਾਂ ਨਸ਼ਰ ਹੁੰਦੇ ਹੀ ਨੇ, ਕਿਸੇ ਵੀ ਪੋਲੀਟੀਕਲ ਸ਼ੈ ਤੋਂ ਬਿਨਾਂ ਤਸਕਰੀ ਕਿਸੇ ਚੀਜ਼ ਦੀ ਹੋ ਹੀ ਨਹੀਂ ਸਕਦੀ। ਜਦੋਂ ਕੋਈ ਪੁਲਿਸ ਆਫਿਸਰ ਇਮਾਨਦਾਰ ਕੋਈ ਬੰਦਾ ਫੜ ਲੈਂਦਾ ਤਾਂ ਉਹਨੂੰ ਫੋਨ ਤੁਰੰਤ ਚਲਾ ਜਾਂਦਾ, ਕਾਰਵਾਈ ਨਾ ਕਰੋ, ਆਪਣਾ ਬੰਦਾ ਹੈ, ਮਾਲ ਜ਼ਬਤ ਕਰ ਲਓ, ਜਾਂ ਐਂ ਕਰ ਲਓ, ਜਾਂ ਉਹ ਕਰ ਲਓ। ਆਫਿਸਰ ਕੀ ਕਰੂਗਾ? ਪੁਲਿਸ ਆਫਿਸਰ ਕੀ ਕਰੂਗਾ? ਇਹ ਸਾਰੀ ਪਹਿਲਾਂ ਜਿਹੜੀ ਤਾਣੀ ਆ ਉੱਪਰੋਂ ਉਲਝੀ ਹੁੰਦੀ ਹੈ। ਠੀਕ ਹੈ, ਇਹ ਕੀ ਹੋਇਆ? ਸਰਕਾਰ ਕੀ ਹੈ, ਪੌੜੀ ਥੱਲਿਓਂ ਸਾਫ਼ ਕਰਨ ਲੱਗੀ ਹੋਈ ਆ, ਹੇਠਲੇ ਸਟੈਪ ਤੋਂ ਉੱਪਰੋਂ ਸਾਫ਼ ਕਰਦੀ ਆਊਗੀ, ਥੱਲਾ ਪਾਣਾ ਦਾ ਆਪਣੇ ਆਪ ਸਾਫ਼ ਹੋ ਜਾਊਗਾ। ਇਹ ਥੱਲਿਓਂ ਸਾਫ਼ ਕਰਨ ਲੱਗੇ। ਹੁਣ ਜਿਹੜੀ ਦੋਹਰੀ ਮਾਰ ਉਮਰਾ ਨੰਗਲ ਨੂੰ ਝੱਲਣੀ ਪਈ ਹੈ ਮੁਅੱਤਲੀ ਦੀ, ਉਹ ਇਸ ਮਾਮਲੇ ਦੇ ਵਿੱਚ ਹੈ। ਪਰਮਰਾਜ ਸਿੰਘ ਉਮਰਾ ਨੰਗਲ ਹੈ ਜਿਹੜਾ, ਉਹਨੂੰ ਝੱਲਣੀ ਪੈ ਰਹੀ ਹੈ, ਮੁਅੱਤਲ ਕਰ ਦਿੱਤਾ ਗਿਆ। ਉਹ ਰਾਣੋ ਦਾ ਮਾਮਲਾ ਸੀਗਾ, ਜਿਹੜਾ ਗੁਰਦੀਪ ਸਿੰਘ ਪਿੰਡ ਰਾਣੋ ਦਾ ਸਰਪੰਚ ਸੀਗਾ, ਉਹ ਖੰਨੇ ਨੇੜੇ ਆ, ਉਹਦੇ ਕੋਲੋਂ 5 ਕਿਲੋ ਹੈਰੋਇਨ ਫੜੀ ਗਈ ਸੀ ਅਤੇ 21-22 ਲੱਖ ਰੁਪਇਆ ਜਿਹੜਾ ਡਰੱਗ ਮਨੀ, 2 ਰਿਵਾਲਵਰ ਅਤੇ ਬੰਦੂਕ ਫੜੀ ਗਈ ਸੀ। ਉਸ ਮਾਮਲੇ ਦੇ ਵਿੱਚ ਫੋਟੋਆਂ ਵੀ ਨੇ, ਕਹਿੰਦੇ ਉਸ ਬੰਦੇ ਦੀ ਇੰਨੀ ਕੁ ਚੜ੍ਹਤ ਸੀ ਸਰਪੰਚ ਦੀ, ਕਹਿੰਦੇ ਉਸ ਏਰੀਏ ਦੇ ਵਿੱਚ, ਕਿ ਉਹਨੂੰ ਪੁਲਿਸ ਵਾਲੇ ਸਲੂਟ ਕਰਦੇ ਦੇਖੇ ਗਏ। ਵੀਡੀਓ ਵਾਇਰਲ ਹੋਈ ਹੈ, ਫੋਟੋਆਂ ਆਈਆਂ ਨੇ। ਠੀਕ ਹੈ, ਐਸ਼ ਪ੍ਰਸਤੀ ਦੀ ਜ਼ਿੰਦਗੀ ਜਿਉਂਦਾ ਸੀਗਾ ਬੰਦਾ ਉਹ। ਅਤੇ ਉਹਨੂੰ ਕਿਵੇਂ ਇੱਕ ਬੰਦਾ ਦਿਨਾਂ 'ਚ ਅਮੀਰ ਹੋ ਰਿਹਾ, ਇੱਕ ਬੰਦਾ ਮਿਹਨਤ ਕਰਕੇ ਅਮੀਰ ਹੋ ਰਿਹਾ, ਉਹਦਾ ਪਤਾ ਨਹੀਂ ਹੁੰਦਾ। ਕਿਸੇ ਏਰੀਏ ਦੇ ਵਿੱਚ ਸਭ ਨੂੰ ਪਤਾ ਲੱਗ ਜਾਂਦਾ ਹੈ, ਅਤੇ ਇਹਨਾਂ ਕੋਲ ਖਬਰ ਨਹੀਂ ਪਹੁੰਚਦੀ। ਇਹਨਾਂ ਦੀ ਏਜੰਸੀਆਂ ਕੀ ਕਰਦੀਆਂ ਨੇ ਫਿਰ? ਗੱਲ ਤਾਂ ਉਹੀ ਆ ਗਈ ਨਾ ਵੀ ਜੇ ਖਬਰ ਪਹੁੰਚਦੀ ਸੀ ਤੇ ਜਿਵੇਂ ਉਹਨਾਂ ਨੇ ਕਿਹਾ ਕਿ ਸਾਰਾ ਕੁਝ ਪੁਲਿਸ ਦੀ ਮਿਲੀ ਭੁਗਤ ਨਾਲ ਚੱਲ ਰਿਹਾ ਸੀ, ਪਰ ਉੱਪਰਲੇ ਲੈਵਲ ਦੀ ਜੇ ਆਪਾਂ ਗੱਲ ਕਰੀਏ, ਕੀ ਇਸ ਮਸਲੇ 'ਚ ਲੱਗਦਾ ਹੈ ਕਿ ਕੈਪਟਨ ਸਾਹਿਬ ਦੀ ਜਿਹੜੀ ਪੰਜਾਬ ਦੀ ਪੁਲਿਸ ਹੈ ਜਾਂ ਕੈਪਟਨ ਸਾਹਿਬ ਦੀ ਸਰਕਾਰ ਹੈ, ਇਹ ਉੱਪਰਲੇ ਲੈਵਲ ਤੱਕ ਜਾਏਗੀ? ਕਿਤੇ ਇਹ ਨਾ ਹੋਵੇ ਕਿ ਇਹਨਾਂ ਦੇ ਕੋਈ ਮੰਤਰੀ, MLA ਜਾਂ ਇਹਨਾਂ ਦੇ ਕੋਈ ਖਾਸ ਮਿੱਤਰ ਉਹ ਵੀ ਵਿੱਚ ਆ ਜਾਣ ਇਸ ਮਸਲੇ 'ਚ? ਮੈਂ ਪਹਿਲਾਂ ਹੀ ਕਹਿ ਚੁੱਕਿਆ ਕਿ ਸਰਕਾਰ ਪੌੜੀ ਥੱਲਿਓਂ ਸਾਫ਼ ਕਰਨ ਲੱਗੀ ਹੋਈ ਆ। ਗੱਲ ਤਾਂ ਉੱਪਰੋਂ ਸਾਫ਼ ਕਰਨ ਦੀ ਆ, ਉੱਪਰੋਂ ਸਾਫ਼ ਕਰਦੀ ਆਵੇ ਤਾਂ ਮਸਲਾ ਹੱਲ ਹੋ ਜਾਏਗਾ। ਹੁਣ ਨੂੰ ਤਾਂ ਹੋ ਜਾਣਾ ਸੀਗਾ, 4 ਸਾਲ ਹੋ ਗਏ ਸਰਕਾਰ ਨੂੰ। ਆ ਚੋਣ ਆ ਰਹੀਆਂ ਨੇ, ਹੁਣ ਫਿਰ ਨਸ਼ਾ, ਬੇਅਦਬੀ, ਚੰਡੀਗੜ੍ਹ, ਪਾਣੀ ਮੁੱਦਾ, ਜੇ ਵੋ, ਖੇਤੀਬਾੜੀ, ਖੁਦਕੁਸ਼ੀਆਂ, ਸਾਰੇ ਮਸਲੇ ਪੰਜਾਬੀ ਭਾਸ਼ਾ ਦੇ ਖੇਤਰ ਜਿਹੜੇ ਹੈਗੇ, ਕਿੱਤੇ ਨੇ, ਇਲਾਕੇ, ਉਹਨਾਂ ਦੇ ਮਸਲੇ ਉੱਠਣਗੇ। ਇਹ ਫਿਰ ਰੌਲਾ ਪਊਗਾ, ਫਿਰ ਚੋਣਾਂ ਹੋ ਜਾਣਗੀਆਂ, ਫਿਰ ਠੰਡੇ ਬਸਤੇ 'ਚ ਪੈ ਜਾਣੇ ਆ। ਗੱਲ ਤਾਂ ਹੈਗੀ ਵੀ ਜਦੋਂ ਕਾਰਵਾਈ ਕਰਨੀ ਹੈ ਪ੍ਰੋਪਰ ਕਰੋ, ਚੱਕ ਕੇ ਅੰਦਰ ਦੇ ਦਿਓ ਜਿਹੜਾ ਹੈਗਾ ਬੰਦਾ। ਗੱਲ ਕਿਹੜੀ ਆ? ਏਜੰਸੀਆਂ, ਹੁਣ ਵੀ ਤਾਂ ਏਜੰਸੀਆਂ ਕੰਮ ਕਰ ਰਹੀਆਂ ਨੇ। ਹੁਣ ਜਦੋਂ ਜਾਂਚ ਦਿੱਤੀ ਜਾਂਦੀ ਹੈ ਕੋਈ ਕਾਰਵਾਈ ਕਰਨ ਵਾਸਤੇ, ਤਾਂ ਜਾਂਚ ਵੀ ਤਾਂ ਏਜੰਸੀਆਂ ਨੂੰ ਦਿੱਤੀ ਜਾਂਦੀ ਹੈ। ਏਜੰਸੀਆਂ ਪਹਿਲਾਂ ਕੀ ਕਰਦੀਆਂ ਨੇ? ਘਟਨਾ ਵਾਪਰਨ ਤੋਂ ਬਾਅਦ ਏਜੰਸੀਆਂ ਨੂੰ ਜਾਂਚ ਦੇ ਦਿਓ ਜੀ। ਪਹਿਲਾਂ ਏਜੰਸੀਆਂ ਕੀ ਕਰਨ? ਉਹਨਾਂ ਦਾ ਕੰਮ ਕੀ ਹੈ? ਬੈਠੀਆਂ ਨੇ ਸੁੱਤੀਆਂ, ਉਹਨੂੰ ਕੰਮ ਦਿਆ ਜਾਵੇ ਉਹਨਾਂ ਨੂੰ।
ਤੇ ਉਹ ਆ ਅੱਜ ਜਿਹੜੇ ਡੀਐਸਪੀ ਐਸਪੀ ਤੇ ਗਾਜ ਡਿੱਗੀ ਹੈ ਇਹਨਾਂ ਦੇ ਇੱਕ ਐਸਟੀਐਫ ਨੂੰ ਕਿਹਾ ਗਿਆ ਕਿ ਉਮਰਾਂ ਨੰਗਲ ਦੀ ਫਾਈਲ ਹੈ ਜਿਹੜੀ ਹੈ ਉਹ ਬਕਾਇਆ ਤੌਰ 'ਤੇ ਇੰਗਲਿਸ਼ ਦੇ ਵਿੱਚ ਬਣਾਉਣ ਦਾ ਵੀ ਕਿਹਾ ਗਿਆ ਤਾਂ ਕਿ ਉਹ ਕੇਂਦਰ ਨੂੰ ਭੇਜੀ ਜਾ ਸਕੇ ਕਾਰਵਾਈ ਕਰਨ ਦੇ ਲਈ। ਇਹਦੇ ਵਿੱਚ 6-7 ਬੰਦੇ ਨੇ ਇਹ ਜਿਹੜੇ ਹੈਗੇ ਨੇ, 'ਚ ਵਰਿੰਦਰਜੀਤ ਸਿੰਘ ਥਿੰਦ ਹੈ ਕੋਈ ਫਰੀਦਕੋਟ ਦੇ ਐਸਪੀ, ਡੀ ਸੇਵਾ ਸਿੰਘ ਮੱਲੀ, ਪਰਮਿੰਦਰ ਸਿੰਘ ਬਾਠ ਡੀਐਸਪੀ ਤੇ ਕਰਨ ਸ਼ੇਰ ਡੀਐਸਪੀ ਫਤਿਹਗੜ੍ਹ ਸਾਹਿਬ, ਉਹਨਾਂ ਨੂੰ ਵੀ ਮੁਅੱਤਲ ਕਰ ਦਿੱਤਾ ਗਿਆ। ਤੇ ਇਹਨਾਂ ਨਾਲ ਮੁਅੱਤਲ ਕਰਨ ਨਾਲ ਕੋਈ ਬਹੁਤਾ ਵੱਡਾ ਫਰਕ ਨਹੀਂ ਪੈਣਾ। ਇਹਨਾਂ ਨੂੰ ਇਹਨਾਂ ਦੇ ਆਕਾ ਬੈਠੇ ਨੇ, ਕਿਤੇ ਨਾ ਕਿਤੇ ਜਾ ਕੇ ਬਚਾ ਲੈਣਗੇ। ਅੱਜ ਸਰਕਾਰ ਦੀ ਢਿੱਲੀ ਕਾਰਗੁਜ਼ਾਰੀ ਕਰਕੇ ਮੁਅੱਤਲ ਹੀ ਹੋਈ ਆ, ਠੀਕ ਹੈ। ਸਿੱਧਾ ਫਾਰਗ ਕਰ ਦੇਣਾ ਚਾਹੀਦਾ, ਇਹਨੂੰ ਬਾਹਰ ਕੱਢ ਕੇ ਮਾਰੋ। ਇਹ ਜੇ ਇਹ ਸੱਚੀ ਮੁੱਚੀ ਕਲੰਕ ਨੇ, ਇਹ ਡਿਪਾਰਟਮੈਂਟ ਨੂੰ ਬਦਨਾਮ ਕਰ ਰਹੇ ਨੇ, ਪੰਜਾਬ ਦੀ ਜਵਾਨੀ ਨੂੰ, ਪੰਜਾਬ ਦੇ ਭਵਿੱਖ ਨੂੰ ਖਰਾਬ ਕਰ ਰਹੇ ਨੇ। ਇਹਨਾਂ ਨੂੰ ਖਤਮ ਕਰ ਦੇਣਾ ਚਾਹੀਦਾ, ਇਹ ਸੇਵਾਵਾਂ ਖਤਮ ਕਰਕੇ ਕਰਨ। ਫਿਰ ਹਾਲੇ ਵੀ ਸ਼ਾਇਦ ਇਹ ਉਮੀਦ ਹੋਣੀ ਕਿ ਸ਼ਾਇਦ ਜਿਹੜੀ ਡਿਪਾਰਟਮੈਂਟਲ ਇਨਕੁਆਇਰੀ ਸਸਪੈਂਡ ਹੋਣ ਤੋਂ ਬਾਅਦ ਹੁੰਦੀ ਹੈ, ਸ਼ਾਇਦ ਉਹਦੇ ਵਿੱਚ ਕੋਈ ਨਾ ਕੋਈ ਬਚਾਅ ਹੋ ਜਾਏ। ਪਰ ਇੱਕ ਵਾਰ ਤਾਂ ਕਲੀਅਰ ਹੋ ਗਿਆ, ਜੇ ਰਾਣੋ ਕਹਿ ਰਿਹਾ ਤਾਂ ਸ਼ਾਇਦ ਉਹਦੇ ਵਿੱਚ ਕੋਈ ਨਾ ਕੋਈ ਸੱਚ ਜਾਂ ਝੂਠ, ਚਲੋ ਅਦਾਲਤ ਨੇ ਤੈਅ ਕਰਨਾ। ਪੁਲਿਸ ਦੀ ਕਾਰਗੁਜ਼ਾਰੀ ਕਿਤੇ ਨਾ ਕਿਤੇ ਸਵਾਲਾਂ 'ਚ ਹੁੰਦੀ ਹੈ। ਜਿਵੇਂ ਹੁਣ ਆਪਾਂ ਦੇਖੀਏ ਕਿ ਨਿਹੰਗ ਸਿੰਘਾਂ ਦੇ ਕਤਲ ਮਾਮਲੇ ਦੇ ਵਿੱਚ 2 ਨਿਹੰਗਾਂ ਦਾ ਜਿਹੜਾ ਐਨਕਾਊਂਟਰ ਕੀਤਾ ਗਿਆ, ਉਸ ਮਾਮਲੇ ਦੇ ਵਿੱਚ ਲਗਾਤਾਰ ਇਹ ਗੱਲ ਕਹੀ ਜਾ ਰਹੀ ਹੈ ਕਿ ਉਹਨਾਂ ਦਾ ਕਤਲ ਕੀਤਾ ਪੁਲਿਸ ਵਾਲਿਆਂ ਨੇ। ਪਰ ਜਿਵੇਂ ਆਪਾਂ ਦੇਖੀਆਂ ਤਸਵੀਰਾਂ ਕਿ ਡੀਜੀਪੀ ਸਾਹਿਬ ਦੇ ਦਫ਼ਤਰ ਤੋਂ ਵੀ ਉਹਨਾਂ ਨੂੰ ਹੱਲਾਸ਼ੇਰੀ ਦਿੱਤੀ ਗਈ ਕਿ ਉਹਨਾਂ ਜਿਹੜੇ ਪੁਲਿਸ ਮੁਲਾਜ਼ਮ ਨੇ ਉਹਨਾਂ ਦਾ ਕਿਸੇ ਇੱਕ ਦਾ ਹੱਥ ਦੇ ਉੱਤੇ ਸੱਟ ਲੱਗੀ ਜਾਂ ਹੱਥ ਵੱਢਿਆ ਗਿਆ ਜਾਂ ਗੁੱਟ ਵੱਢਿਆ ਗਿਆ, ਜੋ ਕੁਝ ਵੀ ਹੋਇਆ। ਇਹ ਸਾਰੇ ਨੂੰ ਕਿੱਦਾਂ ਦੇਖਦੇ ਹੋ ਕਿ ਇੱਕ ਪਹਿਲਾਂ ਜਦੋਂ ਕਰੋਨਾ ਵਾਇਰਸ ਦੇ ਦੌਰਾਨ ਇੱਕ ਨਿਹੰਗ ਸਿੰਘ ਦੇ ਨਾਲ ਜਿਹੜਾ ਮੁਕਾਬਲਾ ਹੋਇਆ ਸੀ, ਉਦੋਂ ਇੱਕ ਪੁਲਿਸ ਮੁਲਾਜ਼ਮ ਦਾ ਹੱਥ ਵੱਢਿਆ ਗਿਆ ਸੀਗਾ, ਤੇ ਹੁਣ ਇਸ ਤਰ੍ਹਾਂ ਦੀ ਕਾਰਵਾਈ ਹੋਣਾ, ਸਾਹਮਣੇ ਆਉਣਾ, ਫਿਰ ਨਿਹੰਗ ਸਿੰਘਾਂ ਦੇ ਵਿੱਚ ਕਿਤੇ ਨਾ ਕਿਤੇ ਗੁੱਸੇ ਦੀ ਲਹਿਰ। ਹਾਲਾਂਕਿ ਵੱਡਾ ਧੜਾ ਤਾਂ ਨਹੀਂ ਬੋਲਦਾ, ਪਰ ਜਿਹੜਾ ਹੁਣ ਧੜਾ ਬੋਲ ਰਿਹਾ ਉਹਨੂੰ ਲੈ ਕੇ ਕਿੱਦਾਂ ਦੇਖਦੇ? ਦੇਖੋ, ਪਹਿਲਾਂ ਤਾਂ ਪੁਲਿਸ ਕੋਲ ਇੱਦਾਂ ਦਾ ਕੋਈ ਰਾਈਟ ਨਹੀਂ ਹੁੰਦਾ। ਪੁਲਿਸ ਦਾ ਸਭ ਤੋਂ ਹੁਣ ਪੁਲਿਸ ਕੋਲ ਹਥਿਆਰ ਨੇ, ਬੰਦੂਕਾਂ, ਰਿਵਾਲਵਰ, ਪਿਸਟਲ, ਉਹਨਾਂ ਕੋਲ ਤਲਵਾਰਾਂ, ਤੇ ਇਹਨਾਂ ਕੋਲ ਪਹਿਲਾਂ ਬੰਦੇ ਨੂੰ ਫੜਨ ਵਾਸਤੇ ਜਿਹੜਾ ਕਾਨੂੰਨ ਕਹਿੰਦਾ ਉਹਦਾ ਹੀ ਆ ਵੀ ਲੱਤਾਂ 'ਚ ਪੈਰਾਂ 'ਚ ਗੋਲੀ ਮਾਰੀ ਜਾਵੇ, ਪੱਟ 'ਤੇ ਗੋਲੀ ਮਾਰੇ, ਯਾਨੀ ਕਿ ਸਰੀਰ ਦੇ ਲੱਕ ਤੋਂ ਥੱਲੇ। ਤੇ ਜੇ ਉਹਨਾਂ ਨੂੰ ਇੱਦਾਂ ਗੋਲੀ ਮਾਰੀ ਜਾਂਦੀ ਆ ਤੇ ਉਹਨਾਂ ਨੂੰ ਫੜਿਆ ਵੀ ਜਾ ਸਕਦਾ। ਉਹ ਪਟਿਆਲੇ ਦੀ ਘਟਨਾ ਵਾਪਰੀ ਸੀ ਜਿਹੜੀ ਗੁੱਟ ਵੱਢਿਆ ਸੀਗਾ, ਐਸਐਸਪੀ ਮਨਦੀਪ ਸਿੰਘ ਸਿੱਧੂ ਨੇ ਬਕਾਇਦਾ ਤੌਰ 'ਤੇ ਅਰੈਸਟ ਕੀਤੇ ਨੇ ਬੰਦੇ, ਬਕਾਇਦਾ ਤੌਰ 'ਤੇ ਸਪੀਕਰ ਲਾ ਕੇ ਉਹਨਾਂ ਨੂੰ ਅਨਾਊਂਸਮੈਂਟ ਕਰਕੇ ਭਰੋਸੇ 'ਚ ਲਿਆ ਦਿਨ। ਉਹ ਵੀ ਅਟੈਕ ਵਾਲੀ ਸਥਿਤੀ 'ਚ ਸੀਗੇ, ਉਹ ਬਕਾਇਦਾ ਤੌਰ 'ਤੇ ਅੰਦਰੋਂ ਸਪੀਕਰ 'ਚ ਧਮਕੀਆਂ ਦੇ ਰਹੇ ਸੀ ਪੁਲਿਸ ਨੂੰ। ਵੀਡੀਓਗ੍ਰਾਫੀ ਜਾਰੀ ਹੋਈ ਸੀ ਉਹਨਾਂ ਦੀ ਕਿ ਚਲੇ ਜਾਓ ਨਹੀਂ ਤਾਂ ਹਮਲਾ ਕਰ ਦਾਂਗੇ, ਤੁਹਾਡੇ ਬੰਦੇ ਮਾਰ ਦਾਂਗੇ। ਪੁਲਿਸ ਨੇ ਫਿਰ ਵੀ ਸਬਰ ਨਾਲ ਕੰਮ ਲਿਆ, ਬਕਾਇਦਾ ਤੌਰ 'ਤੇ ਅਰੈਸਟ ਕੀਤਾ ਉਹਨਾਂ ਨੂੰ। ਸਜ਼ਾ ਦੇਣਾ ਕਾਨੂੰਨ ਦਾ ਕੰਮ ਹੈ, ਕਾਨੂੰਨ ਅਦਾਲਤਾਂ ਦਾ ਕੰਮ ਹੈ। ਅਦਾਲਤਾਂ ਕਿਉਂ ਬਣੀਆਂ ਨੇ? ਤੇ ਪੁਲਿਸ ਦੀ ਕਾਰਵਾਈ ਹੈ ਜਿਹੜੀ ਉਹ ਬਿਲਕੁਲ ਉਹ ਸਵਾਲਾਂ ਦੇ ਘੇਰੇ 'ਚ ਹੈ। ਐਨਕਾਊਂਟਰ ਕਰਨਾ, ਤੁਸੀਂ 2 ਬੰਦੇ ਆ, 4 ਬੰਦੇ ਆ, 10 ਬੰਦੇ ਆ, ਪੁਲਿਸ ਫੋਰਸ ਕਿੱਡੀ ਵੱਡੀ ਆ, ਉਹਨੂੰ ਘੇਰ ਕੇ ਉਹਦੇ ਲੱਤਾਂ 'ਚ ਗੋਲੀ ਮਾਰ ਕੇ ਉਹਨੂੰ ਫੜਿਆ ਨਹੀਂ ਜਾ ਸਕਦਾ ਜੇ ਐਡਾ ਹੀ ਖਤਰਨਾਕ ਬੰਦਾ ਆ। ਜਾਨਵਰ ਨੂੰ ਵੀ, ਜਿਹੜਾ ਜਾਨਵਰ ਹੈ ਜਿਹਨੂੰ ਅਕਲ ਵੀ ਨਹੀਂ ਹੈਗੀ ਜਾਂ ਜਿਹੜਾ ਬੇਕਾਬੂ ਹੋ ਜਾਂਦਾ, ਉਹਨੂੰ ਵੀ ਬੇਹੋਸ਼ ਕਰ ਲਿਆ ਜਾਂਦਾ, ਉਹਨੂੰ ਵੀ ਇੰਜੈਕਸ਼ਨ ਦੂਰੋਂ ਮਾਰ ਕੇ ਉਹਨੂੰ ਬੇਹੋਸ਼ ਕਰ ਲਿਆ ਜਾਂਦਾ ਹੈ। ਤੇ ਇਹ ਬੰਦਿਆਂ ਦਾ ਐਨਕਾਊਂਟਰ ਕਰ ਰਹੇ ਨੇ ਇਹਨਾਂ ਨੂੰ। ਫਿਰ ਦੂਜੀ ਗੱਲ, ਵੱਡੀ ਗੱਲ ਇਹ ਹੈ ਕਿ ਜਿਹੜੇ ਆਗੂ ਬਣੇ ਬੈਠੇ ਨੇ ਇਹਨਾਂ ਦੇ ਨਿਹੰਗ ਸਿੰਘਾਂ ਦੇ, ਚੁੱਪ ਬੈਠੇ ਨੇ। ਉਹ ਪੁੱਛੋ ਤਾਂ ਸਹੀ ਵੀ ਭਾਈ ਤੁਸੀਂ ਠੀਕ ਹੈ, ਜੋ ਅਪਰਾਧੀ ਉਹਦਾ ਅਪਰਾਧ ਹੈ, ਅਪਰਾਧ ਤਾਂ ਕਰਿਆ ਅਗਲੇ ਨੇ, ਉਹ ਅਪਰਾਧੀ ਹੈਗਾ, ਉਹਦੀ ਸਜ਼ਾ ਬਣਦੀ ਹੈ, ਕੋਰਟ ਦੇਗੀ ਸਜ਼ਾ। ਪੁਲਿਸ ਸਜ਼ਾ, ਪੁਲਿਸ ਕੋਲ ਤਾਂ ਇਹੋ ਜਿਹਾ ਕੋਈ ਹੱਕ ਨਹੀਂ ਨਾ, ਅਧਿਕਾਰ ਨਹੀਂ, ਰਾਈਟ ਨਹੀਂ ਹੈਗਾ ਕਿ ਉਹ ਸਜ਼ਾ ਦੇਵੇ ਕਿਸੇ ਨੂੰ। ਜਿੱਥੇ ਦੇਣੀ ਹੁੰਦੀ ਉੱਥੇ ਦਿੰਦੇ ਨਹੀਂ। ਜਿੱਥੇ ਇਹਨਾਂ ਨੂੰ ਆਹ ਨਸ਼ੇ ਵਾਲੇ ਹੁਣ ਸਮਗਲਰ ਫਿਰਦੇ ਸੀਗੇ, ਜੇ ਕਿਸੇ ਇੱਦਾਂ ਨਸ਼ੇ ਦੇ ਸਮਗਲਰਾਂ 'ਤੇ ਜਿਹੜੇ ਵੱਡੇ ਬੰਦੇ ਨੇ ਜਿਹੜੇ ਉਹਨਾਂ 'ਤੇ ਗੋਲੀ ਚੱਲੀ ਹੁੰਦੀ, ਹੁਣ ਨੂੰ ਨਸ਼ਾ ਬੰਦ ਹੋ ਜਾਇਆ ਹੁੰਦਾ। ਕਤਲ ਤਾਂ ਜਿੱਦਾਂ ਹੁਣ ਨਿਹੰਗ ਸਿੰਘਾਂ ਦੋਸ਼ ਲਾ ਹੀ ਰਿਹਾ ਸੀ ਵੀਡੀਓਗ੍ਰਾਫੀ ਵੀ, ਕਤਲ ਤਾਂ ਬਥੇਰੇ ਹੁੰਦੇ ਨੇ ਪੰਜਾਬ 'ਚ, ਸਾਰਿਆਂ ਨਾਲ ਐਨਕਾਊਂਟਰ ਹੋ ਜਾਂਦਾ। ਪੁਲਿਸ 'ਤੇ ਵੀ ਅਟੈਕ ਕਰ ਦਿੰਦਾ ਬੰਦਾ, ਫਰਾਰ ਵੀ ਹੋ ਜਾਂਦਾ, ਪੁਲਿਸ ਦੀ ਗ੍ਰਿਫਤ 'ਚੋਂ ਫਰਾਰ ਵੀ ਹੋ ਜਾਂਦਾ ਅਟੈਕ ਕਰਕੇ। ਤੇ ਉਹ ਚੀਜ਼ਾਂ ਸਾਰੀਆਂ ਇਹਨਾਂ ਕੋਲ ਸਜ਼ਾ ਦੇਣ ਦਾ ਕੋਈ ਅਧਿਕਾਰ ਨਹੀਂ। ਤੇ ਜਥੇਬੰਦੀਆਂ ਦੀ ਚੁੱਪੀ ਹੈ ਜਿਹੜੀ, ਉਹ ਬਕਾਇਦਾ ਤੌਰ 'ਤੇ ਜਿਹੜੀਆਂ ਜਿਵੇਂ ਨਿਹੰਗ ਸਿੰਘਾਂ ਦੀਆਂ ਜਥੇਬੰਦੀਆਂ ਨੇ, ਇਹਨਾਂ ਦੀ ਚੁੱਪੀ ਹੈ ਜਿਹੜੀ, ਉਹ ਦੱਸ ਰਹੀ ਹੈ ਵੀ ਸਰਕਾਰ ਦਾ ਸਰਕਾਰੀਪੁਣਾ ਕਿਵੇਂ ਆ ਗਿਆ ਨਾ ਜਥੇਬੰਦੀਆਂ 'ਚ। ਇਹ ਚੁੱਪ ਬੈਠੇ ਨੇ। ਗੱਲ ਤਾਂ ਕਰਨ, ਕੋਰਟ 'ਚ ਤਾਂ ਲੈ ਕੇ ਜਾਣ, ਜੋ ਸੱਚ ਹੈ ਠੀਕ ਹੈ। ਜੋ ਅਪਰਾਧੀ ਸੀਗੇ ਉਹਨਾਂ ਦੀ ਸਜ਼ਾ ਦੇ ਸਾਰਿਆਂ ਨੂੰ ਹੱਕਦਾਰ ਹੋਣਾ ਚਾਹੀਦਾ, ਡਿਮਾਂਡ ਕਰਨੀ ਚਾਹੀਦੀ ਵੀ ਕੋਈ ਹੱਕ ਬਣਦਾ ਸਾਡਾ ਵੀ ਅਸੀਂ ਅਪਰਾਧੀਆਂ ਦੇ ਖਿਲਾਫ ਜਾ ਕੇ ਸਜ਼ਾ ਦੀ ਮੰਗ ਕਰੀਏ। ਪਰ ਸਜ਼ਾ ਦੇਣਾ ਕੋਰਟ ਦਾ ਕੰਮ ਹੈ। ਮਾਰਨਾ ਕਿਉਂ ਮਾਰਿਆ, ਕਿਹੜੀ ਸਥਿਤੀ 'ਚ ਸੀਗੀ, ਸਿੱਧੀਆਂ ਛਾਤੀ 'ਚ ਗੋਲੀਆਂ ਜਾਂ ਜਿੱਥੇ ਵੀ ਉਹਨਾਂ ਦੇ ਮਾਰ ਕੇ ਉਹਨਾਂ ਨੂੰ ਮਾਰਿਆ ਗਿਆ, ਤੇ ਉਦੋਂ ਕੀ ਸਥਿਤੀ ਸੀ ਵੀ ਉਹਨਾਂ ਨੂੰ ਸਿੱਧੇ ਮਾਰਨਾ ਹੀ ਪਿਆ। ਐਡਾ ਵੱਡਾ ਕੀ ਹੋ ਗਿਆ ਸੀ ਉਹਨਾਂ ਕੋਲ, ਐਡੇ ਕਿਹੜੇ ਮਾਰੂ ਹਥਿਆਰ ਸੀਗੇ ਜਿਨ੍ਹਾਂ ਦਾ ਮੁਕਾਬਲਾ ਨਹੀਂ ਸੀ ਕਰ ਸਕਦੀ ਪੁਲਿਸ ਫੋਰਸ, ਜਾਂ ਬਹੁਤ ਵੱਡਾ ਖਤਰਾ ਪੈਦਾ ਹੋ ਗਿਆ ਸੀ 2 ਬੰਦਿਆਂ ਤੋਂ। ਸੋ ਉਹ ਚੀਜ਼ਾਂ ਸਾਰੀਆਂ ਜਿਹੜੀਆਂ ਸਵਾਲਾਂ ਦੇ ਘੇਰੇ 'ਚ ਤਾਂ ਹੈ ਹੀ ਹੈ।
ਪੈਰ ਵੀ ਕੌਣ ਕਰੇਗਾ, ਕਾਰਵਾਈ ਕੌਣ ਕਰਵਾਏਗਾ ਜਾਂ ਜਾਂਚ ਕੌਣ ਕਰਵਾਏਗਾ, ਕਿੰਨੀ ਕੁ ਜਾਂਚ ਹੁੰਦੀ ਹੈ। ਪੁਲਿਸ ਡਿਪਾਰਟਮੈਂਟ ਹੈ, ਆਪ ਹੀ ਕਾਰਵਾਈ ਕਰਕੇ ਠੰਡੇ ਬਸਤੇ 'ਚ ਪਾ ਦੇਣਾ ਇਹਨਾਂ ਨੇ। ਸੋ ਇੱਦਾਂ ਲੋੜ ਹੈਗੀ ਹੈ ਜਾਗਰੂਕ ਹੋਣ ਦੀ। ਲੋਕਾਂ ਨੂੰ ਚਾਹੀਦਾ ਕਿ ਪੁਲਿਸ ਨੂੰ ਦੱਸਣ ਕਿ ਭਾਈ ਠੀਕ ਹੈ ਅਪਰਾਧੀ ਸੀ, ਫੜੋ, ਪਰ ਇਹ ਜਿਹੜਾ ਕੀਤਾ ਇਹ ਗਲਤ ਕੀਤਾ ਹੈ। ਬਿਲਕੁਲ ਬਿਲਕੁਲ, ਜਿਵੇਂ ਨਿਹੰਗ ਸਿੰਘ ਕਹਿੰਦੇ ਨੇ ਕਿ ਅੱਜ ਉਹਨਾਂ ਦਾ ਕਤਲ ਹੋਇਆ, ਕੱਲ ਨੂੰ ਕਿਸੇ ਹੋਰ ਦਾ ਵੀ ਇੱਦਾਂ ਐਨਕਾਊਂਟਰ ਹੋ ਜਾਏਗਾ। ਮਾਮਲੇ ਨਿਰਪੱਖ ਜਿਹੜੀ ਜਾਂਚ ਹੋਣੀ ਚਾਹੀਦੀ ਹੈ। ਸਾਰੀਆਂ ਜਥੇਬੰਦੀਆਂ ਅੱਗੇ ਆ ਕੇ ਇਹਦੇ ਖਿਲਾਫ ਜਿਹੜੀਆਂ ਆਵਾਜ਼ ਚੁੱਕ ਵੀ ਰਹੀਆਂ ਨੇ, ਮਨੁੱਖੀ ਅਧਿਕਾਰਾਂ ਜਥੇਬੰਦੀਆਂ, ਪਰ ਇਸ ਨੂੰ ਇੱਕ ਵੱਡੇ ਲੈਵਲ ਦੇ ਉੱਤੇ ਲੈ ਕੇ ਜਾਣਾ ਜ਼ਰੂਰੀ ਹੈ ਤਾਂ ਕਿ ਪੰਜਾਬ ਪੁਲਿਸ ਜੋ ਕੁਝ ਕਰ ਰਹੀ ਹੈ ਉਹਦੇ ਉੱਤੇ ਪਰਦਾ ਉੱਠ ਸਕੇ ਕਿ ਉਹਦੇ ਵਿੱਚ ਸੱਚ ਕੀ ਹੈ ਤੇ ਝੂਠ ਕੀ ਹੈ। ਅਗਲੀ ਖਬਰ ਆਪਾਂ ਦੇਖੀਏ ਕੇਰਲ ਦੀ। ਕਿੱਦਾਂ ਦੇਖਦੇ ਹੋ ਕਿ ਉੱਥੇ ਇੱਕ ਕਿਹਾ ਗਿਆ ਕਿ ਇੱਕ ਔਰਤ ਦੀ ਛਾਤੀ ਨੂੰ ਲੈ ਕੇ ਟੈਕਸ ਜਿਹੜਾ ਭਰਨਾ ਪੈਂਦਾ ਸੀਗਾ, ਹੁਣ ਉਸ ਜਿਹੜਾ ਅੰਦੋਲਨ ਹੈ ਉਸ ਲਹਿਰ ਨੂੰ ਪਹਿਲਾਂ ਸਿਲੇਬਸਾਂ ਵਿੱਚ ਰੱਖਿਆ ਗਿਆ, ਹੁਣ ਉਹ 'ਚੋਂ ਬਾਹਰ ਕਰ ਦਿੱਤਾ ਗਿਆ। ਇਹ ਕਿਸ ਤਰ੍ਹਾਂ ਦੀ ਸੋਚ, ਕਿਸ ਤਰ੍ਹਾਂ ਦੀ ਮਾਨਸਿਕਤਾ? ਇਹ ਅੰਦੋਲਨ ਹੋਇਆ ਸੀਗਾ ਸੁਖਵਿੰਦਰ ਜੀ ਕੇਰਲ ਦੇ ਵਿੱਚ। ਚੇਥਰਾਲਾ ਦੀ ਨਿਵਾਸੀ ਸੀਗੀ ਇੱਕ ਨੰਗੇਲੀ। ਉੱਥੇ ਕੇਰਲ ਦੇ ਵਿੱਚ ਕੀ ਸੀ, ਜਦੋਂ ਬ੍ਰਾਹਮਣ ਰਾਜੇ ਹੁੰਦੇ ਸੀਗਾ ਨਾ, ਉਦੋਂ ਉਹਨਾਂ ਨੇ ਔਰਤਾਂ ਦੀ ਛਾਤੀ ਢੱਕਣ ਦਾ ਕਹਿ ਲਓ ਅਧਿਕਾਰ ਕਹਿ ਲਓ ਜਾਂ ਕੁਛ ਹੱਕ ਕਹਿ ਲਓ, ਉਹ ਤੋਂ ਉਹਨੂੰ ਵਾਂਝਾ ਰੱਖਿਆ ਸੀ। ਕੋਈ ਵੀ ਔਰਤ ਸੀ ਜਿਹੜੀ ਸਿਵਾਏ ਬ੍ਰਾਹਮਣ ਔਰਤ ਦੇ ਕਿਸੇ ਨੂੰ ਵੀ ਇਹ ਅਧਿਕਾਰ ਨਹੀਂ ਸੀ ਕਿ ਉਹ ਆਪਣੀ ਛਾਤੀ ਢੱਕ ਕੇ ਰੱਖੇ। ਉਹ ਈਵਨ ਕਿ ਉਹਦੇ 'ਤੇ ਟੈਕਸ ਲਾਇਆ ਜਾਂਦਾ ਸੀ। ਜੇ ਕੋਈ ਛਾਤੀ ਢੱਕਣਾ ਚਾਹੁੰਦੀ ਸੀ ਤਾਂ ਟੈਕਸ ਲਾਇਆ ਜਾਂਦਾ ਸੀ। ਇੱਥੋਂ ਤੱਕ ਕਿ ਕੋਈ ਵੀ ਔਰਤ ਨੇ ਆਪਣੇ ਬੱਚੇ ਨੂੰ ਦੁੱਧ ਪਿਲਾਉਣਾ ਤਾਂ ਵੀ ਉਹ ਟੈਕਸ ਪੇ ਕਰੂਗੀ ਤਾਂ ਦੁੱਧ ਪਿਲਾ ਸਕਦੀ ਸੀ। ਉਹ ਨੰਗੇਲੀ ਜਿਹੜੀ ਔਰਤ ਸੀ, ਦਲਿਤ ਔਰਤ ਸੀ, ਉਹਦੇ ਜਦੋਂ ਉਹਨੇ ਆਪਣੇ ਬੱਚੇ ਨੂੰ, ਪੁੱਤਰ ਨੂੰ ਦੁੱਧ ਪਿਲਾਉਣ ਦੀ ਗੱਲ ਕਹੀ ਤਾਂ ਉਹਨੂੰ ਟੈਕਸ ਦੇਣ ਲਈ ਕਿਹਾ ਗਿਆ, ਤਾਂ ਉਸ ਔਰਤ ਦੇ ਕੋਲ ਪੈਸੇ ਨਹੀਂ ਸੀ ਟੈਕਸ ਭਰਨ ਲਈ, ਅਤੇ ਉਹਨੇ ਸ਼ਰੇਆਮ ਆਪਣੀ ਛਾਤੀ ਕੱਟ ਕੇ ਟੈਕਸ ਕਰਮਚਾਰੀਆਂ ਨੂੰ ਦਿੱਤੀ। ਅਤੇ ਮਤਲਬ ਉਹ ਫਿਰ ਉਹਦੇ ਲਹੂ ਵਗਿਆ ਜਦੋਂ, ਤਾਂ ਜ਼ਖਮੀ ਹੋ ਕੇ ਗਿਰ ਗਈ, ਮਰ ਗਈ ਉਹ। ਠੀਕ ਹੈ। ਫਿਰ ਉਹਦੇ ਘਰ ਵਾਲੇ ਦਾ ਨਾਂ ਚਿਰੂਕੰਡਨ ਲਿਖਿਆ ਹੋਇਆ। ਉਹਨੂੰ ਜਦੋਂ ਪਤਾ ਲੱਗਿਆ ਤਾਂ ਉਹਨੇ ਵੀ ਖੁਦਕੁਸ਼ੀ ਕਰ ਲਈ। ਸੋ ਇਸ ਦੇ ਵਿਰੋਧ ਦੇ ਵਿੱਚ 1812 ਵਿੱਚ ਇੱਕ ਵੱਡੀ ਲਹਿਰ ਉੱਠੀ ਸੀਗੀ। ਮਜਬੂਰ ਹੋ ਕੇ 1812 ਦੇ ਵਿੱਚ ਬ੍ਰਾਹਮਣ ਰਾਜੇ ਨੂੰ ਇਹ ਪ੍ਰਥਾ ਬੰਦ ਕਰਨੀ ਪਈ ਸੀ, ਲੇਕਿਨ ਬਾਅਦ ਦੇ ਵਿੱਚ ਫਿਰ ਸ਼ੁਰੂ ਹੋ ਗਈ ਸੀ। ਉਹ ਕਹਾਣੀ ਸੀ ਜਿਹੜੀ CBSE ਦੀ ਇੱਕ ਸਿਲੇਬਸ ਦੇ ਵਿੱਚ ਸੀਗੀ, ਉਹਨੂੰ ਉੱਥੋਂ ਕੱਢ ਦਿੱਤਾ ਗਿਆ। ਅੰਦੋਲਨ ਹੋਇਆ, ਸੰਘਰਸ਼ ਦੀ ਜਿੱਤ ਹੋਈ ਸੀ ਕਿਸੇ ਤਰੀਕੇ, ਤਾਂ ਉਸ ਨੂੰ ਉੱਥੋਂ ਕੱਢ ਦਿੱਤਾ ਗਿਆ ਸੀ। ਉਹਦੀ ਥਾਂ ਕੱਢ ਦਿੱਤਾ ਗਿਆ, ਯਾਨੀ ਕਿ ਇਹ ਕਿਤਾਬਾਂ ਲੋਕਾਂ ਨੂੰ ਪਤਾ ਨਾ ਲੱਗੇ। ਉਹਦੇ ਵਿੱਚ ਇੱਕ ਵਾਜਪਾਈ ਦੀ ਕਵਿਤਾ ਪਾਤੀ ਹੈ, ਉਹ ਕਹਾਣੀ ਕੱਢਤੀ ਉਹ ਨੰਗੇਲੀ ਦੀ, ਵੀ ਕਿਵੇਂ ਸੰਘਰਸ਼ ਹੋਇਆ, ਕਿਵੇਂ ਇਹਨਾਂ ਨੇ ਉਸ ਤੋਂ ਮੁਕਤੀ ਪਾਈ ਸੀ, ਉਹ ਕੱਢਤੀ। ਅਤੇ ਉਦੋਂ ਇੱਕ ਵਾਜਪਾਈ ਦੀ ਜਿਹੜੀ ਕਵਿਤਾ ਹੈਗੀ ਹੈ, BJP ਦੇ ਵਾਜਪਾਈ ਹੋਏ ਨੇ ਜਿਹੜੇ, ਅਟਲ ਬਿਹਾਰੀ ਵਾਜਪਾਈ, ਉਹਦੀ ਕਵਿਤਾ ਪਾ ਦਿੱਤੀ ਗਈ ਹੈ। ਚਲੋ ਉਹਦੀ ਸੰਘਰਸ਼ ਦੀ ਗੱਲ ਕਰੀਏ ਤਾਂ ਮੇਰੇ ਕੋਲ ਥੋੜ੍ਹਾ ਜਿਹਾ ਅੰਕੜੇ ਹੈਗੇ ਨੇ ਕਿ ਛਾਤੀ ਢੱਕਣ ਦਾ ਜਿਹੜਾ ਅਧਿਕਾਰ ਸੀ ਉਹਨੂੰ ਦੁਬਾਰਾ ਲੈਣ ਦੇ ਲਈ ਅੰਕਿਆਲੀ ਦੀ ਅਗਵਾਈ ਦੇ ਵਿੱਚ 40 ਸਾਲ ਤੱਕ ਸੰਘਰਸ਼ ਲੜਿਆ ਗਿਆ। 40 ਸਾਲ ਤੱਕ ਫਿਰ ਜਾ ਕੇ ਕਿਤੇ ਇਸ ਤੋਂ ਮੁਕਤੀ ਮਿਲੀ। ਅਤੇ ਉੱਥੋਂ ਦੀਆਂ ਔਰਤਾਂ 'ਤੇ ਜਿਹੜਾ ਜ਼ਬਰ ਹੁੰਦਾ ਸੀ, ਉਹ ਦੱਸਦਾ ਕਿ ਜਿਹੜੀਆਂ ਬ੍ਰਾਹਮਣ ਔਰਤਾਂ ਸੀਗੀਆਂ ਉਹਨਾਂ ਤੋਂ ਬਿਨਾਂ ਬਾਕੀ ਦੀਆਂ ਸਾਰੀਆਂ ਔਰਤਾਂ ਨੂੰ ਇੱਕ ਨਮੂਦਰੀ ਵਰਨ ਜਾਤ ਕਹਿ ਲਓ, ਉਹਦੀ ਦੀਆਂ ਔਰਤਾਂ ਨੂੰ ਉਹਨੂੰ ਘਰ ਦੇ ਵਿੱਚ ਤਾਂ ਨੰਗਾ ਰਹਿਣਾ ਪੈਂਦਾ ਸੀ, ਬਾਹਰ ਜਾ ਕੇ ਛਾਤੀ ਢੱਕ ਸਕਦੀਆਂ ਸੀਗੀਆਂ, ਲੇਕਿਨ ਮੰਦਿਰ ਦੇ ਵਿੱਚ ਉਹਨਾਂ ਨੂੰ ਨੰਗੇ ਜਾਣਾ ਪੈਂਦਾ ਸੀਗਾ। ਛਾਤੀ ਤੋਂ ਕੱਪੜਾ ਹਟਾ ਕੇ ਮੰਦਿਰ ਦੇ ਵਿੱਚ, ਜਿੱਥੇ ਪਰਮਾਤਮਾ ਦਾ ਕਿਹਾ ਜਾਂਦਾ, ਉਹਦੇ ਵਿੱਚ ਵੀ ਜਾਣ ਦੀ ਆਗਿਆ ਨਹੀਂ ਸੀਗੀ। ਅਤੇ ਇੱਕ ਨਾਇਰ ਜਿਹੜੀ ਜਾਤ ਹੈਗੀ ਉੱਥੋਂ ਦੀ, ਉਹਨਾਂ ਦੀਆਂ ਔਰਤਾਂ ਨੂੰ ਬ੍ਰਾਹਮਣ ਮਰਦ ਨੇ ਜਿਹੜੇ, ਉਹਨਾਂ ਦੇ ਸਾਹਮਣੇ ਛਾਤੀ ਨੰਗੀ ਕਰਕੇ ਜਾਣਾ ਹੁੰਦਾ ਸੀਗਾ, ਇਹ ਰੂਲ ਸੀਗਾ। ਦਲਿਤ ਔਰਤ ਨੂੰ ਤਾਂ ਕਿਤੇ ਵੀ ਕੱਪੜੇ ਪਾ ਕੇ ਜਾਣ ਦੀ ਆਗਿਆ ਹੀ ਨਹੀਂ ਸੀਗੀ। ਉਹਨੂੰ ਨਗਨ ਅਵਸਥਾ ਦੇ ਵਿੱਚ ਰਹਿਣਾ ਹੁੰਦਾ ਸੀਗਾ। ਔਰ ਜਿਹੜਾ ਇਸ ਸਮੇਂ ਇਸ ਅਧਿਕਾਰ ਲਈ ਜਦੋਂ ਕਿਤੇ ਕੋਈ ਸੰਘਰਸ਼ ਕਰਦਾ ਸੀ ਅਤੇ ਉਹਨੂੰ ਸ਼ਰੇਆਮ ਬਾਜ਼ਾਰ ਦੇ ਵਿੱਚ ਨੰਗਾ ਕਰ ਦਿਆ ਜਾਂਦਾ ਸੀਗਾ। ਅਤੇ ਇੱਥੋਂ ਤੱਕ ਕਿ ਜਿਹੜੇ ਸਵਰਨ ਮਰਦ ਕਹਾਉਂਦੇ ਸੀ, ਸਵਰਨ ਜਾਤੀ ਦੇ ਜਿਹੜੇ ਬ੍ਰਾਹਮਣ ਮਰਦ ਕਹਾਉਂਦੇ ਸੀ ਆਪਣੇ ਆਪ ਨੂੰ, ਬ੍ਰਾਹਮਣ ਜਾਤੀ ਦੇ ਕਹਾਉਂਦੇ ਸੀ, ਉਹ ਹੋਰਨਾਂ ਵਰਨਾਂ ਦੀਆਂ ਔਰਤਾਂ ਨੂੰ, ਨੀਵੇਂ ਵਰਗ ਦੀਆਂ ਔਰਤਾਂ ਨੂੰ ਹੱਥ ਲਾਉਣਾ ਪਸੰਦ ਨਹੀਂ ਸੀ ਕਰਦੇ। ਇਸ ਲਈ ਉਹਨਾਂ ਨੇ ਵੱਡੀਆਂ ਵੱਡੀਆਂ ਲੰਮੀਆਂ ਸੋਟੀਆਂ ਦੇ ਨਾਲ ਛੁਰੀਆਂ ਬੰਨੀਆਂ ਹੋਈਆਂ ਸੀ, ਜਿਨ੍ਹਾਂ ਨਾਲ ਉਹਨਾਂ ਦੇ ਕੱਪੜੇ ਫਾੜ ਦਿੰਦੇ ਸੀਗੇ। ਔਰ ਜੇ ਕੋਈ ਫੇਰ ਵੀ ਨਹੀਂ ਔਰਤ ਹਟਦੀ ਸੀ, ਆਪਣੇ ਹੱਕ ਪ੍ਰਤੀ ਲੜਦੀ ਸੀ, ਤਾਂ ਉਹਨੂੰ ਨਗਨ ਅਵਸਥਾ ਦੇ ਵਿੱਚ ਦਰਖਤ ਨਾਲ ਟੰਗ ਦਿਆ ਜਾਂਦਾ ਸੀ, ਤਾਂ ਕਿ ਦੂਜੀਆਂ ਔਰਤਾਂ ਡਰਨ।
ਸੋ ਇਹੋ ਜਿਹੇ ਅੰਦੋਲਨ ਨੂੰ ਜਿਹੜਾ ਸਿਲੇਬਸ ਵਿੱਚੋਂ ਹਟਾਉਣਾ ਆ, ਉਹ ਕਿਤੇ ਨਾ ਕਿਤੇ ਸਵਾਲ ਖੜੇ ਕਰਦਾ ਹੈ ਕਿ ਕਦੋਂ ਤੱਕ ਲੋਕਾਂ ਨੂੰ ਇੱਦਾਂ ਦਬਾਇਆ ਜਾਊਗਾ, ਕਦੋਂ ਤੱਕ ਇਹੋ ਜਿਹੇ ਸੰਘਰਸ਼ਾਂ ਦੀ ਕਹਾਣੀਆਂ ਅੱਗੇ ਨੌਜਵਾਨ ਵਰਗ ਨੂੰ ਨਾ ਪਤਾ ਹੋਣ ਕਰਕੇ ਕਿ ਉਹ ਸੰਘਰਸ਼ ਨਾ ਕਰਨ, ਉਹ ਉਹਨਾਂ ਨੂੰ ਇਹਨਾਂ ਦੀਆਂ ਕਰਤੂਤਾਂ ਨਾ ਪਤਾ ਲੱਗਣ, ਉਹ ਇਹਨਾਂ ਨੂੰ ਦੱਬਿਆ ਜਾਂਦਾ ਹੈ। ਸੋ ਉਹ ਉਸ ਦਾ ਜਿਹੜਾ ਹੈਗਾ ਅੱਜ ਲੋੜ ਤਾਂ ਹੈਗੀ ਹੈ ਕਿ ਉਸ ਪ੍ਰਤੀ ਆਵਾਜ਼ ਉਠਾਈ ਜਾਵੇ। ਹਾਲਾਂਕਿ ਕੁਝ ਪੋਲੀਟੀਸ਼ੀਅਨਾਂ ਨੇ ਟਵੀਟ ਵੀ ਕੀਤਾ ਇਹਦੇ 'ਤੇ, ਪਰ ਲੋੜ ਇਹੀ ਹੈ ਕਿ ਆਮ ਲੋਕ ਹੈ ਜਿਹੜੇ ਉਹਨਾਂ ਨੂੰ ਕੇਰਲ ਦੇ ਖਾਸ ਕਰ ਲੋਕ ਨੇ ਜਿਹੜੇ, ਉਹਨਾਂ ਨੂੰ ਜਾਗਰੂਕ ਹੋਣਾ ਚਾਹੀਦਾ, ਉਹਨਾਂ ਨੂੰ ਇਸ ਪ੍ਰਤੀ ਆਵਾਜ਼ ਉਠਾਉਣੀ ਚਾਹੀਦੀ ਹੈ ਤਾਂ ਕਿ ਇਹ ਦੁਬਾਰਾ ਸਿਲੇਬਸ ਦੇ ਵਿੱਚ ਆਵੇ ਕਹਾਣੀ। ਬਿਲਕੁਲ। ਇੱਕ ਆਖਰੀ ਖਬਰ ਹੈ ਕਿ ਜਿਹੜਾ ਪੰਜਾਬ ਨੂੰ ਕਿਹਾ ਗਿਆ ਤੇ ਹਰਿਆਣੇ ਨੂੰ ਕਿ ਦਿੱਲੀ ਨੂੰ ਪਾਣੀ ਦਿਓ, ਇਹ ਖਬਰ ਕੀ ਹੈ? ਅਦਾਲਤ ਦੇ ਇਹਨਾਂ ਹੁਕਮਾਂ ਨੂੰ ਕਿੱਦਾਂ ਦੇਖਦੇ ਹੋ? ਦੇਖੋ, ਸੁਪਰੀਮ ਕੋਰਟ ਨੇ ਆਰਡਰ ਦਿੱਤਾ ਹੈ, ਦਿੱਲੀ ਬਕਾਇਦਾ ਤੌਰ 'ਤੇ ਰੌਲਾ ਪਾ ਰਿਹਾ ਕਿ ਜਿਹੜਾ ਪਾਣੀ ਦਿੱਲੀ ਨੂੰ ਦਿੱਤਾ ਜਾ ਰਿਹਾ ਇੱਕ ਤਾਂ ਉਹ ਘੱਟ ਆ ਅਤੇ ਉਹ ਬਰਾਬਰ ਮਾਤਰਾ ਵਿੱਚ ਨਹੀਂ ਆ ਰਿਹਾ। ਤਾਂ ਪੰਜਾਬ ਹਰਿਆਣਾ ਸਰਕਾਰ ਦੇ ਨਾਲ ਨਾਲ ਭਾਖੜਾ ਬਿਆਸ ਮੈਨੇਜਮੈਂਟ ਨੂੰ ਵੀ ਸੁਪਰੀਮ ਕੋਰਟ ਦੇ ਆਰਡਰ ਜਿਹੜੇ ਹੈਗੇ ਉਹ ਨਿਕਲੇ ਹੈ ਕਿ ਜਿਹੜਾ ਜਮੁਨਾ ਦੇ ਵਿੱਚ ਪਾਣੀ ਦੀ ਸਪਲਾਈ ਦੇ ਉੱਤੇ ਬਕਾਇਦਾ ਤੌਰ 'ਤੇ ਨਿਗਰਾਨੀ ਰੱਖੀ ਜਾਵੇ ਔਰ ਸਪਲਾਈ ਹੈ ਜਿਹੜੀ ਪੂਰੀ ਦਿੱਤੀ ਜਾਵੇ। ਹਰਿਆਣਾ ਸਰਕਾਰ ਨੂੰ ਕਿਹਾ ਕਿ ਦਿੱਲੀ ਦੇ ਵਿੱਚ ਪਾਣੀ ਦੀ ਪੂਰਤੀ ਕੀਤੀ ਜਾਵੇ। ਦਿੱਲੀ ਨੇ ਦੋਸ਼ ਲਾਇਆ ਸੀਗਾ ਕਿ ਹਰਿਆਣਾ ਜਦੋਂ ਪਾਣੀ ਦੇ ਰਿਹਾ ਤਾਂ ਉਹਦੇ ਵਿੱਚ ਇੱਕ ਤਾਂ ਉਹ ਗੰਦਾ ਪਾਣੀ ਦੇ ਰਿਹਾ ਕਿ ਮਾਤਰਾ ਵੀ ਘੱਟ ਹੈ, ਦੂਜਾ ਅਮੋਨੀਆ ਉਹਦੇ ਵਿੱਚ ਬਹੁਤ ਵੱਧ ਮਾਤਰਾ ਵਿੱਚ ਆ ਰਿਹਾ ਅਤੇ ਇਸ ਕਰਕੇ ਵੀ ਪਾਣੀ ਦੀ ਸਪਲਾਈ ਹੈ ਜਿਹੜੀ ਪ੍ਰਭਾਵਿਤ ਹੋ ਰਹੀ ਹੈ, ਲੋਕਾਂ ਦੇ ਵਿੱਚ ਨਹੀਂ ਪਹੁੰਚ ਪਾ ਰਹੀ ਤਰੀਕੇ ਨਾਲ ਦਿੱਲੀ ਤੋਂ। ਸੁਪਰੀਮ ਕੋਰਟ ਨੇ, ਅਦਾਲਤ ਨੇ ਇਹ ਗੱਲ ਕੀਤੀ ਆ ਕਿ ਇਹ ਜਿਹੜਾ ਪਾਣੀ ਦੀ ਸਪਲਾਈ ਹੈ ਜਿੰਨਾ ਦਿੱਤਾ ਜਾ ਰਿਹਾ ਸੀਗਾ ਉਹਨਾਂ ਬਰਕਰਾਰ ਰੱਖਿਆ ਜਾਵੇ। ਹੁਣ SYL ਦਾ ਰੌਲਾ ਪੈਣਾ ਹੀ ਪੈਣਾ ਅੱਗੇ ਜਾ ਕੇ, ਹੁਣ ਚੋਣਾਂ ਆ ਰਹੀਆਂ ਨੇ ਨਾ, ਤੁਸੀਂ ਦੇਖੋਗੇ ਤਾਂ ਇਹ ਇੱਦਾਂ ਦੇ ਫੈਸਲੇ ਜਿਹੜੇ ਹੈਗੇ ਨੇ ਉਹ ਉਸ ਨੂੰ ਜਿਹੜੇ ਜਿੱਦਾਂ ਪੂਰੀ ਸੀ SYL ਜਾਂ ਪੰਜਾਬ ਦਾ ਜਿਹੜਾ ਰੁਖ ਹੈ ਉਹਨੂੰ ਕਿਤੇ ਨਾ ਕਿਤੇ ਢਾਹ ਲਾਉਣਗੇ ਇਹ ਫੈਸਲੇ। ਪੰਜਾਬ ਨੂੰ ਫਿਰ ਦੱਬਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਵੇਂ ਕਿਸਾਨੀ ਸੰਘਰਸ਼ ਚੱਲ ਰਿਹਾ ਹੈ। ਪੰਜਾਬ ਦਾ ਨਾਮ ਤਾਂ ਆ ਹੀ ਰਿਹਾ ਕਿਉਂਕਿ ਪੰਜਾਬ ਤੋਂ ਸ਼ੁਰੂ ਹੋਇਆ ਸੰਘਰਸ਼, ਅਤੇ ਪੰਜਾਬ ਨੂੰ ਕਿਸੇ ਪਾਸਿਓਂ ਕਿਵੇਂ ਨਾ ਕਿਵੇਂ ਘੇਰਨਾ ਤਾਂ ਹੈ ਹੀ ਆ। ਹੁਣ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਪਾਣੀ ਵਾਲਾ ਮੁੱਦਾ, ਕਿਉਂਕਿ ਜਦੋਂ ਕਿਸਾਨੀ ਸੰਘਰਸ਼ ਚੱਲਿਆ ਸੀ ਉਸੇ ਟਾਈਮ ਉੱਠਣਾ ਸ਼ੁਰੂ ਹੋ ਗਿਆ ਸੀਗਾ ਹਰਿਆਣਾ ਦੇ ਵੱਲੋਂ, ਅਤੇ ਦਿੱਲੀ ਵੀ ਹੁਣ ਉਹਦੇ ਵਿੱਚ ਆ ਗਿਆ। ਦਿੱਲੀ ਵੱਲੋਂ ਵੀ ਆਵਾਜ਼ ਉੱਠੀ ਹੈ ਹੁਣ ਕਿ ਪਾਣੀ ਜਿਹੜਾ ਹੈਗਾ ਪੂਰਾ ਦਿੱਤਾ ਜਾਵੇ। SYL ਨਾਲ ਰੌਲਾ ਪੈਣਾ ਹੁਣ ਕਿਸਾਨਾਂ। ਇਹ ਇੱਦਾਂ ਦੇ ਫੈਸਲੇ ਕਿਤੇ ਨਾ ਕਿਤੇ ਜਿਹੜਾ ਕੇਸ ਹੁੰਦਾ ਅੱਗੇ ਕਿਤੇ ਅਪੀਲ ਕੀਤੇ ਹੁੰਦੇ, ਕਿਤੇ ਦਲੀਲ ਕੀਤੀ ਹੁੰਦੀ ਹੈ, ਕਿਤੇ ਕੇਸ ਲੱਗਿਆ ਹੁੰਦਾ, ਉਹ ਉਹਨਾਂ ਚੀਜ਼ਾਂ ਨੂੰ ਜਿਹੜੇ ਇਹ ਐਂ ਕਹਿ ਲਓ ਵੀ ਕਮਜ਼ੋਰ ਕਰਦੇ ਨੇ। ਸੋ ਆਹ ਜਿਹੜਾ ਫੈਸਲਾ ਹੈਗਾ ਕਿਤੇ ਨਾ ਕਿਤੇ ਜਾ ਕੇ ਇਹ ਵੀ ਪੰਜਾਬ ਦੀ ਸਥਿਤੀ ਨੂੰ ਕਮਜ਼ੋਰ ਹੀ ਸਾਬਤ ਕਰੇਗਾ। ਜੀ, ਸ਼ੁਕਰੀਆ, ਧੰਨਵਾਦ। ਸੋ ਖਬਰਾਂ ਟੌਪ ਦੀਆਂ ਦੇ ਵਿੱਚ ਫਿਲਹਾਲ ਦੇ ਲਈ ਇੰਨਾ ਹੀ। ਮੈਨੂੰ ਇਜਾਜ਼ਤ ਦਿਓ। ਲੋਕ ਰਾਜ ਚੈਨਲ ਪੰਜਾਬੀ ਨੂੰ ਸਬਸਕ੍ਰਾਈਬ ਕਰੋ, ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ। ਧੰਨਵਾਦ।